ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਿਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤਵੈ ਸਰਬ ਨਾਮ ਕਥੈ ਕਵਣ ਕਰਮ ਨਾਮ ਬਰਣਤ ਸਮਤ ਮੂਕ ਉਚਰੈ ਸ਼ਾਸਤਰ ਖਟ ਪਿੰਗ ਗਿਰੰ ਚੜ ਜਾਇ ਅੰਧ ਲਖੈ ਬਦਰਉ ਸੁਣੈ ਜੋ ਕਾਲ ਕਿਰਪਾ ਕਰਾਇ ਕਹਾ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋ ਦਰ ਰਾਗ ਆਸਾ ਮਹੱਲਾ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੋ ਦਰ ਤੇਰਾ ਕੀਹਾ ਸੋ ਘਰ ਕੀਹਾ ਜਿਤ ਬਹਿ ਸਰਬ ਸਮਾਲੇ। ਵਾਜੇ ਤੇਰੇ ਨਾਦ ਅਨੇਕ ਅਸੰਖਾ ਕੀਤੇ ਤੇਰੇ ਵਾਵਨ ਹਾਰੇ। ਕੀਤੇ ਤੇਰੇ ਰਾਗ ਪਰੀਸਿਉ ਕਹੀਐ ਕੀਤੇ ਤੇਰੇ ਗਾਵਨ ਹਾਰੇ। ਗਾਵਨ ਤੁਧਨੋ ਪਉਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ। ਗਾਵਨ ਤੁਧਨੋ ਚਿੱਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ। ਗਾਵਨ ਤੁਧਨੋ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ। ਗਾਵਨ ਤੁਧਨੋ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ। ਗਾਵਨ ਤੁਧਨੋ ਸਿੱਧ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ। ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ। ਗਾਵਨ ਤੁਧਨੋ ਪੰਡਿਤ ਪੜ੍ਹਨ ਰਖੀਸਰ ਜੁਗ ਜੁਗ ਵੇਦਾਂ ਨਾਲੇ। ਗਾਵਨ ਤੁਧਨੋ ਮੋਹਣੀਆਂ ਮਨਮੋਹਣ ਸੁਰਗ ਮੱਛ ਪਿਆਲੇ। ਗਾਵਨ ਤੁਧਨੋ ਰਤਨ ਉਪਾਏ ਤੇਰੇ 68 ਤੀਰਥ ਨਾਲੇ। ਗਾਵਨ ਤੁਧਨੋ ਜੋਧ ਮਹਾਬਲ ਸੂਰਾ ਗਾਵਨ ਤੁਧਨੋ ਖਾਣੀ ਚਾਰੇ। ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ। ਸਈ ਤੁਧਨੋ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਤੁਧਨੋ ਗਾਵਨ ਸੇ ਮੈਂ ਚਿਤ ਨ ਆਵਣ ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ। ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ। ਕਰ ਕਰ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ। ਸੋ ਪਾਤਸ਼ਾਹੋ ਸਹਾਪਤ ਸਾਹਿਬ ਨਾਨਕ ਰਹਿਣ ਰਜਾਈ। ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ। ਸੋ ਪਾਤਸ਼ਾਹੋ ਸਹਾਪਤ ਸਾਹਿਬ ਨਾਨਕ ਰਹਿਣ ਰਜਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ
ਭਗਤ ਵਛਲ ਕਰੁਣਾ ਨਿਧਾਨ, ਲੋਕ ਪਰਲੋਕ ਕੇ ਰਖਿਅਕ, ਜੁਗੋ ਜੁਗੇ ਅਟਲ, ਚਵਰ ਛਤਰ ਤਖਤਾਂ ਦੇ ਮਾਲਕ, ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜਿਆਂ ਦੀ ਪਾਵਨ ਨਿੱਘੀ ਗੋਦ ਦਾ ਆਨੰਦ ਮਾਣ ਰਹੀ ਗੁਰੂ ਰੂਪ ਸਾਧ ਸੰਗਤ ਵਡਭਾਗੇ ਹਾਂ ਜੋ ਸਤਿਗੁਰਾਂ ਦੀ ਪਵਿੱਤਰ ਸੰਗਤ ਦੀਆਂ ਪਾਵਨ ਘੜੀਆਂ ਦਾ ਲਾਹਾ ਆਪਾਂ ਨੂੰ ਮਿਲਿਆ ਹੈ। ਸਤਿਗੁਰਾਂ ਦਾ ਫਰਮਾਨ ਹੈ, ਵਡਭਾਗੀ ਸਤ ਸੰਗਤ ਪਾਵੈ, ਭਾਗਹੀਣ ਭਰਮ ਚੋਟਾਂ ਖਾਵੈ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਇਹ ਜੋ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਹੋਈਆਂ ਹਨ ਭਾਈ, ਇਹ ਵੱਡੇ ਭਾਗਾਂ ਦੇ ਨਾਲ ਪੂਰਬਲੇ ਕੀਤੇ ਹੋਏ ਕਰਮਾਂ ਦੇ ਫਲ ਅਨੁਸਾਰ ਆਪਾਂ ਨੂੰ ਇਹ ਸਤ ਸੰਗਤ ਦੀਆਂ ਘੜੀਆਂ ਸਾਧ ਸੰਗਤ ਜੋ ਪ੍ਰਾਪਤ ਹੋਈਆਂ ਹਨ, ਵਡਭਾਗੇ ਹਾਂ। ਸਾਧ ਸੰਗਤ ਜੀ ਜੋ ਸਤਿਗੁਰੂ ਤਰੁੱਠ ਕਰਕੇ ਆਪਣੇ ਤੇ ਅੱਜ ਬਖਸ਼ਿਸ਼ ਕੀਤੀ ਹੈ ਸਤਿਗੁਰਾਂ ਨੇ, ਜੋ ਨਿਤਨੇਮ ਦੀ ਬਾਣੀ ਸ੍ਰੀ ਸੋਦਰ ਰਹਿਰਾਸ ਸਾਹਿਬ ਜੀ ਦੀ ਪਾਵਨ ਲੜੀਵਾਰ ਕਥਾ ਜੋ ਅੱਜ ਆਰੰਭ ਹੋਣ ਲੱਗੀ ਹੈ। ਸਤਿਗੁਰੂ ਦਇਆ ਕਰਨ, ਆਪ ਵਿੱਚ ਵਰਤ ਕੇ ਕਥਾ ਕਰਾਉਣ। ਜਿਸ ਤਰੀਕੇ ਨਾਲ ਸਤਿਗੁਰਾਂ ਨੇ ਉਦਮ ਬਖਸ਼ਿਸ਼ ਕੀਤਾ ਹੈ, ਸਤਿਗੁਰੂ ਸੰਪੂਰਨਤਾ ਨਾਲ ਤੱਕ ਆਪ ਸਹਾਈ ਹੋ ਕਰਕੇ ਗੁਰ ਸ਼ਬਦ ਵਿਚਾਰ ਕਥਾ ਆਪ ਕਰਵਾ ਲੈਣ। ਸਾਧ ਸੰਗਤ ਸਾਰੀ ਹੀ ਸੰਗਤ ਦੇ ਚਰਨਾਂ ਵਿੱਚ ਬੜੇ ਨਿਮਰ ਭਾਵਨਾ ਦੇ ਨਾਲ ਬੇਨਤੀ ਹੈ ਕਿ ਸਾਰੀ ਹੀ ਸੰਗਤ ਇਸ਼ਨਾਨ ਕਰਕੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਗਏ। ਅਤੇ ਜੇਕਰ ਕੋਈ ਸਰੀਰ ਬਜ਼ੁਰਗ ਜਾਂ ਬਿਮਾਰ ਹੈ ਤਾਂ ਭਾਈ ਉਹ ਇਹ ਬਹਾਨਾ ਨਾ ਬਣਾਵੇ ਕਿ ਮੈਂ ਇਸ਼ਨਾਨ ਨਹੀਂ ਕੀਤਾ ਤਾਂ ਗੁਰਦੁਆਰਾ ਸਾਹਿਬ ਨਹੀਂ ਜਾਣਾ। ਭਾਈ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਗਏ, ਪਹੁੰਚ ਕਰਕੇ ਸਤਿਗੁਰਾਂ ਅੱਗੇ ਇਹ ਦੋਏ ਕਰ ਜੋੜ ਅਰਦਾਸ ਬੇਨਤੀ ਕਰੀਏ ਕਿ ਸਤਿਗੁਰੂ ਸਾਨੂੰ ਤੰਦਰੁਸਤੀ ਦੀ ਦਾਤ ਬਖਸ਼ੋ ਅਤੇ ਸਾਨੂੰ ਅੰਮ੍ਰਿਤ ਵੇਲੇ ਦੇ ਇਸ਼ਨਾਨਾਂ ਦੀ ਦਾਤ ਬਖਸ਼ੋ। ਅਤੇ ਸਤਿਗੁਰੂ ਤਰੁੱਠ ਕੇ ਕਿਰਪਾ ਕਰਨਗੇ ਅਤੇ ਸਾਰੀ ਹੀ ਸੰਗਤ ਦੀਆਂ ਝੋਲੀਆਂ ਭਰ ਦੇਣਗੇ। ਸਾਧ ਸੰਗਤ ਜੀ ਆਈਏ ਗੁਰਦੁਆਰਾ ਸਾਹਿਬ ਵਿਖੇ ਸਤਿਗੁਰਾਂ ਦੀ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰ ਦੇ ਨਾਲ ਜੁੜੀਏ ਅਤੇ ਜੁੜ ਕਰਕੇ ਸੁੱਖ ਪ੍ਰਾਪਤ ਕਰੀਏ। ਸਾਰੀ ਹੀ ਸੰਗਤ ਇਕਾਗਰਤਾ ਬਖਸ਼ਦੇ ਹੋਏ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਦਰ ਰਾਗ ਆਸਾ ਮਹੱਲਾ ਪਹਿਲਾ। ਸਾਧ ਸੰਗਤ ਜੀ ਜੋ ਪੰਚਮ ਗੁਰਦੇਵ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਆਂ ਨੇ ਜਿਸ ਸਮੇਂ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੀੜ ਲਿਖਵਾਉਣਾ ਕੀਤੀ ਤਾਂ ਉਸ ਸਮੇਂ ਸਤਿਗੁਰਾਂ ਨੇ ਗੁਰਸਿੱਖ ਦੀਆਂ ਜੋ ਨਿਤਨੇਮ ਦੀਆਂ ਬਾਣੀਆਂ ਹਨ ਉਹਨਾਂ ਨੂੰ ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਅੰਦਰ ਅੰਕਿਤ ਕਰਨਾ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਆਰੰਭਤਾ ਦੇ ਅੰਦਰ ਪਵਿੱਤਰ ਬਾਣੀ ਸ੍ਰੀ ਜਪਜੀ ਸਾਹਿਬ ਦਰਜ ਹੈ, ਜੋ ਧੰਨ ਸਤਿਗੁਰੂ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਆਂ ਨੇ ਉਚਾਰਨਾ ਕੀਤੀ ਸੀ। ਜੋ ਸਿੱਖਾਂ ਦਾ ਅੰਮ੍ਰਿਤ ਵੇਲੇ ਦਾ ਨਿਤਨੇਮ ਹੈ ਉਹ ਸ੍ਰੀ ਜਪਜੀ ਸਾਹਿਬ ਹੈ, ਜੋ ਸਿੱਖ ਹੈ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀਆਂ ਦਾ। ਅਤੇ ਉਸ ਤੋਂ ਬਾਅਦ ਸੋਦਰ ਰਹਿਰਾਸ ਸਾਹਿਬ ਜੀ ਦੀ ਬਾਣੀ ਅੰਕਿਤ ਹੈ, ਜੋ ਸਿੱਖ ਦਾ ਨਿਤਨੇਮ ਹੈ। ਸੰਧਿਆ ਵੇਲੇ, ਸ਼ਾਮ ਦੇ ਵੇਲੇ ਜਦੋਂ ਸੂਰਜ ਢਲਦਾ ਹੈ ਉਸ ਸਮੇਂ ਨਿਤਨੇਮ ਵਿੱਚ ਇਹ ਬਾਣੀ ਪੜ੍ਹਨ ਦਾ ਜੋ ਸਤਿਗੁਰਾਂ ਨੇ ਨਿਯਮ ਤੈਅ ਕੀਤਾ। ਅਤੇ ਉਸ ਤੋਂ ਪਿੱਛੇ ਸੋਹਿਲਾ ਸਾਹਿਬ ਦੀ ਬਾਣੀ ਦਰਜ ਹੈ, ਜੋ ਸਿੱਖ ਦਾ ਨਿਤਨੇਮ ਹੈ। ਸੌਣ ਵੇਲੇ, ਬਿਰਾਜਣ ਵੇਲੇ ਇਹ ਸੋਹਿਲਾ ਸਾਹਿਬ ਜੀ ਦੀ ਬਾਣੀ ਗੁਰਸਿੱਖ ਨੇ ਪੜ੍ਹ ਕੇ ਅਤੇ ਸੌਣਾ ਹੈ। ਇਸ ਤਰੀਕੇ ਨਾਲ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਆਂ ਨੇ ਇਹ ਨਿਤਨੇਮ ਦੀਆਂ ਬਾਣੀਆਂ ਨੂੰ ਅੰਕਿਤ ਕਰਨਾ ਕੀਤਾ। ਸਾਧ ਸੰਗਤ ਜੀ ਜਿਸ ਸਮੇਂ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਨੇ ਸਿੱਖ ਨੂੰ ਸਿੰਘ ਦਾ ਰੂਪ ਬਖਸ਼ਿਸ਼ ਕੀਤਾ, ਸਿੱਖ ਨੂੰ ਸੰਤ ਦੇ ਨਾਲ ਨਾਲ ਸਿਪਾਹੀ ਵੀ ਸਤਿਗੁਰਾਂ ਨੇ ਬਣਾਇਆ।
ਅੰਮ੍ਰਿਤ ਦਾ ਬਾਟਾ ਤਿਆਰ ਕਰਕੇ 5 ਸਿੰਘਾਂ ਨੂੰ ਅੰਮ੍ਰਿਤ ਛਕਾ ਕਰਕੇ ਤੇ ਉਹਨਾਂ ਤੋਂ ਫਿਰ ਆਪ ਅੰਮ੍ਰਿਤ ਛਕਿਆ। ਤਾਂ ਉਸ ਸਮੇਂ ਤੋਂ ਬਾਅਦ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਨੇ ਜੋ ਗੁਰਸਿੱਖ ਦਾ ਨਿਤਨੇਮ ਹੈ ਉਹ ਇਸ ਤਰੀਕੇ ਨਾਲ ਗੁਰਸਿੱਖ ਨੂੰ ਦ੍ਰਿੜ ਕਰਾਇਆ ਕਿ ਅੰਮ੍ਰਿਤ ਵੇਲੇ ਜੋ ਗੁਰਸਿੱਖ ਅੰਮ੍ਰਿਤਧਾਰੀ ਗੁਰਸਿੱਖ ਹੈ ਉਸ ਨੂੰ ਅੰਮ੍ਰਿਤ ਵੇਲੇ 5 ਬਾਣੀਆਂ ਦਾ ਨਿਤਨੇਮ ਕਰਨਾ ਬੜਾ ਹੀ ਲਾਜ਼ਮੀ ਹੈ। ਸਾਧ ਸੰਗਤ, ਉਹ 5 ਬਾਣੀਆਂ ਇਸ ਪ੍ਰਕਾਰ ਹਨ: ਸ੍ਰੀ ਜਪਜੀ ਸਾਹਿਬ, ਸ੍ਰੀ ਜਾਪ ਸਾਹਿਬ, ਸ੍ਰੀ ਤਵੈ ਪ੍ਰਸਾਦ ਸਵਈਏ ਸਰਾਵਗ ਸੁਧ ਸਮੂਹ ਸਿਧਾਣ ਵਾਲੇ, ਸ੍ਰੀ ਚੌਪਈ ਸਾਹਿਬ ਅਤੇ ਸ੍ਰੀ ਆਨੰਦ ਸਾਹਿਬ 40 ਪੌੜੀਆਂ ਸੰਪੂਰਨ ਪਾਠ। ਇਹ ਅੰਮ੍ਰਿਤਧਾਰੀ ਗੁਰਸਿੱਖ ਲਈ ਇਹ ਮਰਿਆਦਾ ਦ੍ਰਿੜ ਕੀਤੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਨੇ ਕਿ ਜੋ ਅੰਮ੍ਰਿਤਧਾਰੀ ਗੁਰਸਿੱਖ ਹੈ ਉਹ ਅੰਮ੍ਰਿਤ ਵੇਲੇ ਇਹ 5 ਬਾਣੀਆਂ ਦਾ ਨਿਤਨੇਮ ਘੱਟੋ ਘੱਟ ਕਰੇ ਅਤੇ ਉਸ ਤੋਂ ਵਧੇਰੇ ਜਿੰਨਾ ਵੀ ਕਰ ਸਕੇ ਉਹ ਸਤਿਗੁਰਾਂ ਦੀ ਖੁਸ਼ੀ ਪ੍ਰਾਪਤ ਕਰੇਗਾ। ਅਤੇ ਸੰਧਿਆ ਵੇਲੇ ਸਾਧ ਸੰਗਤ ਜੀ ਜੋ ਸੋਦਰ ਰਹਿਰਾਸ ਸਾਹਿਬ ਜੀ ਦਾ ਪਾਠ ਸਮੇਤ ਚੌਪਈ ਸਾਹਿਬ ਅਤੇ 6 ਪੌੜੀਆਂ ਆਨੰਦ ਸਾਹਿਬ ਦੇ ਜੋ ਸਤਿਗੁਰਾਂ ਨੇ ਦ੍ਰਿੜ ਕਰਾਇਆ ਅਤੇ ਆਰਤੀ ਸਾਹਿਬ ਦਾ ਪਾਠ ਕੀਰਤਨ ਰੂਪ ਵਿੱਚ ਉਹ ਸਤਿਗੁਰਾਂ ਨੇ ਬਖਸ਼ਿਸ਼ ਕਰਕੇ ਹੁਕਮ ਕੀਤਾ। ਅਤੇ ਸੌਣ ਵੇਲੇ ਬਿਰਾਜਣ ਵੇਲੇ ਸ੍ਰੀ ਸੋਹਿਲਾ ਸਾਹਿਬ ਸਮੇਤ ਰੱਖਿਆ ਦੇ ਸ਼ਬਦਾਂ ਦੇ ਨਾਲ ਇਹ ਸਤਿਗੁਰਾਂ ਨੇ ਨਿਤਨੇਮ ਦ੍ਰਿੜ ਕਰਾਇਆ। ਸਾਧ ਸੰਗਤ ਜੀ ਸਤਿਗੁਰੂ ਫਰਮਾਉਂਦੇ ਹਨ ਕਿ ਉਹ ਗੁਰਸਿੱਖ ਧੰਤਾ ਦੇ ਯੋਗ ਹੈ, ਉਹ ਵਡਭਾਗੀ ਹੈ ਗੁਰਸਿੱਖ ਜੋ ਆਪਣੇ ਨਿਤਨੇਮ ਵਿੱਚ ਕਦੇ ਵੀ ਵਿਘਨ ਨਹੀਂ ਪਾਉਂਦਾ। ਸਾਧ ਸੰਗਤ ਜੀ ਜੋ ਨਿਤਾ ਪ੍ਰਤੀ ਨਿਤਨੇਮ ਕਰਦਾ ਹੈ ਉਹ ਧੰਤਾ ਦੇ ਯੋਗ ਹੈ, ਵਡਭਾਗੀ ਹੈ। ਸਾਧ ਸੰਗਤ ਜੀ ਕਦੇ ਸਿੱਖ ਨੂੰ ਨਿਤਨੇਮ ਨਹੀਂ ਛੱਡਣਾ ਚਾਹੀਦਾ। ਇਹ ਜੇਕਰ ਗੁਰਸਿੱਖ ਨਿਤਨੇਮ ਕਰਦਾ ਹੈ ਤਾਂ ਸਤਿਗੁਰੂ ਗੁਰਸਿੱਖ ਦੀ ਬਾਂਹ ਫੜੀ ਰੱਖਦੇ ਹਨ। ਸਾਧ ਸੰਗਤ ਜੀ ਜੇਕਰ ਸਿੱਖ ਹੈ ਅੰਮ੍ਰਿਤ ਨਹੀਂ ਛਕਿਆ ਤਾਂ ਉਸ ਲਈ ਇਹ ਲਾਜ਼ਮੀ ਹੈ ਕਿ ਸ੍ਰੀ ਜਪਜੀ ਸਾਹਿਬ ਅੰਮ੍ਰਿਤ ਵੇਲੇ, ਸੰਧਿਆ ਵੇਲੇ ਸ੍ਰੀ ਰਹਿਰਾਸ ਸਾਹਿਬ ਅਤੇ ਸੌਣ ਵੇਲੇ ਸੋਹਿਲਾ ਸਾਹਿਬ ਕਰੇ। ਅਤੇ ਜੋ ਅੰਮ੍ਰਿਤਧਾਰੀ ਗੁਰਸਿੱਖ ਹੈ ਉਸ ਲਈ ਇਹ 5 ਬਾਣੀਆਂ ਦਾ ਨਿਤਨੇਮ ਅੰਮ੍ਰਿਤ ਵੇਲੇ ਲਾਜ਼ਮੀ ਹੈ। ਸਤਿਗੁਰੂ ਮਹਾਰਾਜ ਗੁਰਬਾਣੀ ਅੰਦਰ ਵੀ ਇਹ ਫਰਮਾਉਂਦੇ ਹਨ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ। ਸਾਧ ਸੰਗਤ ਜੀ ਜੇਕਰ ਆਪਾਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਗੁਰਸਿੱਖ ਅਖਵਾਉਣੇ ਹਨ, ਆਪਾਂ ਕਹਿੰਦੇ ਹਾਂ ਕਿ ਅਸੀਂ ਸਤਿਗੁਰਾਂ ਦੇ ਗੁਰਸਿੱਖ ਹਾਂ, ਤੇ ਸਤਿਗੁਰੂ ਕਹਿੰਦੇ ਆ ਵੀ ਜੇ ਤੂੰ ਆਪਣੇ ਆਪ ਨੂੰ ਗੁਰਸਿੱਖ ਅਖਵਾਉਣਾ ਚਾਹੁੰਦਾ ਹੈ ਤਾਂ ਤੇਰਾ ਇਹ ਨਿਯਮ ਹੈ ਕਿ ਅੰਮ੍ਰਿਤ ਵੇਲੇ ਉੱਠ ਕਰਕੇ ਇਸ਼ਨਾਨ ਕਰਕੇ ਤੇ ਸਤਿਗੁਰਾਂ ਦੀ ਬੰਦਗੀ ਵਿੱਚ ਜੁੜ ਜਾਵੇਂ ਤੇ ਜਪਜੀ ਸਾਹਿਬ ਦਾ ਪਾਠ ਘੱਟੋ ਘੱਟ ਇਹ ਸਿੱਖ ਲਈ ਲਾਜ਼ਮੀ ਹੈ ਅਤੇ ਅੰਮ੍ਰਿਤਧਾਰੀ ਸਿੰਘ ਲਈ 5 ਬਾਣੀਆਂ ਦੇ ਨਿਤਨੇਮ ਲਾਜ਼ਮੀ ਹੈ। ਇਸ ਤੋਂ ਵਧੇਰੇ ਸਾਧ ਸੰਗਤ ਜਿੰਨਾ ਗੁੜ ਪਾਵਾਂਗੇ ਉਨਾ ਹੀ ਮਿੱਠਾ ਹੋਵੇਗਾ। ਵਧੇਰੇ ਬਾਣੀਆਂ ਜਿੰਨੀਆਂ ਪੜ੍ਹੀਏ ਸਾਧ ਸੰਗਤ ਜੀ ਨਿਤਨੇਮ ਨਹੀਂ ਛੱਡਣਾ ਚਾਹੀਦਾ। ਇਹ ਸਤਿਗੁਰੂ ਬਖਸ਼ਿਸ਼ ਕਰਦੇ ਹਨ। ਸੋ ਸਾਧ ਸੰਗਤ ਜੀ ਇਹ ਜੋ ਸੋਦਰ ਰਹਿਰਾਸ ਸਾਹਿਬ ਜੀ ਦੀ ਪਵਿੱਤਰ ਬਾਣੀ ਹੈ ਇਸ ਦੇ ਆਰੰਭ ਦੇ ਅੰਦਰ ਜੋ ਸ਼ਬਦ ਸੋਦਰ ਦਾ ਸ਼ਬਦ ਆਉਂਦਾ ਹੈ ਸਾਧ ਸੰਗਤ ਜੀ, ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਅੰਦਰ 3 ਥਾਈਂ ਇਹ ਸਤਿਗੁਰਾਂ ਨੇ ਬਖਸ਼ਿਸ਼ ਕੀਤੀ। ਸਭ ਤੋਂ ਪਹਿਲਾਂ ਸ੍ਰੀ ਜਪਜੀ ਸਾਹਿਬ ਦੇ ਅੰਦਰ ਇਹ ਸੋਦਰ ਦਾ ਸ਼ਬਦ ਆਉਂਦਾ ਹੈ, ਸੋਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ। ਇਹ ਸਾਧ ਸੰਗਤ ਜੀ ਸਤਿਗੁਰਾਂ ਨੇ ਉਸ ਸਮੇਂ ਉਚਾਰਨ ਕੀਤਾ ਸੀ ਜਿਸ ਸਮੇਂ ਸਤਿਗੁਰਾਂ ਨੇ ਸਿੱਧਾਂ ਦੇ ਨਾਲ ਚਰਚਾ ਕੀਤੀ ਸੀਗੀ। ਉੱਥੇ ਇਹ ਸਤਿਗੁਰਾਂ ਨੇ ਪਰਮਾਤਮਾ ਦੀ ਉਸਤਤੀ ਅੰਦਰ ਇਹ ਸ਼ਬਦ ਉਚਾਰਨ ਕੀਤਾ ਸੀ। ਸਾਧ ਸੰਗਤ ਜੀ ਦੂਸਰੀ ਥਾਈਂ ਸੋਦਰ ਰਹਿਰਾਸ ਸਾਹਿਬ ਦੇ ਅੰਦਰ ਆਉਂਦਾ ਹੈ ਜੋ ਅੱਜ ਆਪਾਂ ਨੇ ਵਿਚਾਰ ਕਰਨੀ ਹੈ। ਅਤੇ ਤੀਸਰੀ ਥਾਈਂ ਸ੍ਰੀ ਆਸਾ ਰਾਗ ਦੇ ਆਰੰਭ ਦੇ ਅੰਦਰ ਇਹ ਸ਼ਬਦ ਆਉਂਦਾ ਹੈ। ਇਹ ਆਸਾ ਰਾਗ ਦੇ ਆਰੰਭ ਦੇ ਅੰਦਰ ਜੋ ਸ਼ਬਦ ਹੈ ਇਹ ਸਤਿਗੁਰਾਂ ਨੇ ਉਸ ਸਮੇਂ ਉਚਾਰਨ ਕਰਨਾ ਕੀਤਾ ਜਿਸ ਸਮੇਂ ਸਤਿਗੁਰੂ ਵੇਈ ਨਦੀ ਦੇ ਅੰਦਰੋਂ ਪ੍ਰਗਟ ਹੋ ਕਰਕੇ ਗੁਰਸਿੱਖਾਂ ਨੂੰ ਦਰਸ਼ਨ ਬਖਸ਼ਿਸ਼ ਕੀਤੇ ਸਨ। ਤਾਂ ਉਸ ਸਮੇਂ ਸਤਿਕਾਰਯੋਗ ਬੇਬੇ ਨਾਨਕੀ ਜੀ ਹੋਣਾ ਨੇ ਸਤਿਗੁਰਾਂ ਪਾਸ ਬੇਨਤੀ ਕੀਤੀ ਕਿ ਸਤਿਗੁਰੂ ਸਾਨੂੰ ਵੀ ਦੱਸੋ ਕਿ ਉਹ ਪਰਮੇਸ਼ਰ ਦਾ ਦੁਆਰ, ਉਹ ਪਰਮੇਸ਼ਰ ਦਾ ਘਰ ਕਿਹੋ ਜਿਹਾ ਹੈ, ਸਾਡੇ 'ਤੇ ਵੀ ਤਰੁੱਠ ਕੇ ਕਿਰਪਾ ਕਰੋ। ਤਾਂ ਉਸ ਸਮੇਂ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀਆਂ ਨੇ ਇਹ ਸ਼ਬਦ ਆਸਾ ਰਾਗ ਦੇ ਅੰਦਰ ਜੋ ਹੈ ਤੀਸਰੀ ਥਾਈਂ ਉਹ ਉਚਾਰਨ ਕੀਤਾ। ਅਤੇ ਜਿਹੜਾ ਆਪਾਂ ਅੱਜ ਵਿਚਾਰ ਕਰਨੀ ਹੈ ਸਾਧ ਸੰਗਤ ਜੀ ਜੋ ਸੋਦਰ ਰਹਿਰਾਸ ਸਾਹਿਬ ਦੇ ਅੰਦਰ ਇਹ ਸੋਦਰ ਦਾ ਪਾਠ ਹੈ, ਸ਼ਬਦ ਹੈ, ਇਹ ਸਤਿਗੁਰਾਂ ਨੇ ਉਸ ਸਮੇਂ ਉਚਾਰਨ ਕੀਤਾ
ਜੋ ਜਿਸ ਸਮੇਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਵੇਈ ਨਦੀ ਦੇ ਅੰਦਰ ਪ੍ਰਵੇਸ਼ ਕਰਕੇ ਅਕਾਲ ਪੁਰਖ ਪਰਮਾਤਮਾ ਦੇ ਸਨਮੁਖ ਜਾ ਕਰਕੇ ਖੜੋਤੇ ਸਨ, ਉਸ ਸਮੇਂ ਸਤਿਗੁਰੂ ਨਾਨਕ ਸਾਹਿਬ ਜੀਆਂ ਮਹਾਰਾਜ ਜੀਆਂ ਨੇ ਇਹ ਸ਼ਬਦ ਉਚਾਰਨ ਕੀਤਾ ਅਕਾਲ ਪੁਰਖ ਦੀ ਉਸਤਤੀ ਵਿੱਚ। ਸਾਧ ਸੰਗਤ ਜੀ, ਭਾਵੇਂ ਕਿ ਇਹ ਸ਼ਬਦ ਤਿੰਨ ਥਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਅੰਦਰ ਆਇਆ ਹੈ, ਤਿੰਨੇ ਹੀ ਥਾਈਂ ਇਸ ਦਾ ਸਰੂਪ ਵੱਖੋ ਵੱਖਰਾ ਹੈ, ਪਰ ਸਾਧ ਸੰਗਤ ਜੀ ਤਿੰਨਾਂ ਸ਼ਬਦਾਂ ਦਾ ਅਰਥ ਇੱਕੋ ਹੀ ਹੈ। ਸੋ ਇਸ ਪ੍ਰਕਾਰ ਸਾਧ ਸੰਗਤ ਜੀ ਇਹ ਸੋ ਦਰ ਦਾ ਸ਼ਬਦ ਦੇ ਅੰਦਰ ਸਤਿਗੁਰੂ ਫਰਮਾਉਣਾ ਕਰਦੇ ਹਨ। ਸੋ ਦਰ ਰਾਗ ਆਸਾ ਮਹੱਲਾ ਪਹਿਲਾ। ਸੋ ਦਰ ਸਾਧ ਸੰਗਤ ਜੀ ਇਹ ਬਾਣੀ ਦਾ ਨਾਮ ਸਿਰਲੇਖ ਹੈ। ਸੋ ਦਰ ਜਿਸ ਪ੍ਰਕਾਰ ਜਪਜੀ ਸਾਹਿਬ ਦਾ ਸਿਰਲੇਖ ਆਪਾਂ ਜਪ ਰੂਪ ਅੰਦਰ ਦੇਖਦੇ ਹਾਂ, ਇਸ ਹੀ ਪ੍ਰਕਾਰ ਇਹ ਸੋ ਦਰ ਰਹਿਰਾਸ ਸਾਹਿਬ ਗੁਰਬਾਣੀ ਦਾ ਸਿਰਲੇਖ ਹੈ। ਸੋ ਦਰ ਭਾਵ ਉਹ ਦਰ ਪਰਮੇਸ਼ਰ ਦਾ। ਅੱਗੇ ਸਤਿਗੁਰੂ ਫਰਮਾਉਂਦੇ ਹਨ ਰਾਗ ਆਸਾ। ਸਾਧ ਸੰਗਤ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਅੰਦਰ ਸਤਿਗੁਰਾਂ ਨੇ ਜੋ ਗੁਰਬਾਣੀ ਅੰਕਿਤ ਕੀਤੀ ਉਹ ਕੁੱਲ 31 ਰਾਗਾਂ ਦੇ ਅੰਦਰ ਬਾਣੀ ਦਰਜ ਹੈ। ਸੋ ਜਿਸ ਵਿੱਚੋਂ ਇਹ ਸੋ ਦਰ ਦਾ ਸ਼ਬਦ ਆਸਾ ਰਾਗ ਦੇ ਅੰਦਰ ਸਤਿਗੁਰਾਂ ਨੇ ਫਰਮਾਇਆ ਹੈ। ਰਾਗ ਆਸਾ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਆਂ ਨੇ ਪਰਮਾਤਮਾ ਦੇ ਸਨਮੁਖ ਹੋ ਕਰਕੇ ਉੱਥੇ ਇਹ ਸਤਿਗੁਰਾਂ ਨੇ ਉਚਾਰਨ ਕੀਤਾ ਇਹ ਸ਼ਬਦ। ਸਾਧ ਸੰਗਤ ਜੀ ਜੋ ਮਹੱਲਾ ਸ਼ਬਦ ਹੈ, ਮਹੱਲੇ ਨੂੰ ਅੱਧਕ ਲਾ ਕੇ ਉਚਾਰਨ ਕਰਨਾ ਹੈ। ਮਹੱਲੇ ਦਾ ਸਾਧ ਸੰਗਤ ਸੰਸਕ੍ਰਿਤ ਦੇ ਅੰਦਰ ਅਰਥ ਹੈ ਸਰੂਪ, ਜੋ ਸਤਿਗੁਰਾਂ ਦਾ ਪਵਿੱਤਰ ਸਰੂਪ ਹੈ, ਅਤੇ ਇਹ ਅਰਬੀ ਦੇ ਅੰਦਰ ਜੋ ਮਹੱਲਾ ਸ਼ਬਦ ਹੈ ਇਸ ਦਾ ਅਰਥ ਬਣਦਾ ਹੈ ਬਾਦਸ਼ਾਹ। ਬਾਦਸ਼ਾਹ ਭਾਵ ਸਤਿਗੁਰੂ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਇਹ ਫਰਮਾਉਣਾ ਕਰਦੇ ਹਨ। ਸਾਧ ਸੰਗਤ ਜੀ ਜੋ ਮਹੱਲੇ ਨੂੰ ਅੱਧਕ ਲਾ ਕੇ ਉਚਾਰਨ ਕਰਨਾ ਹੈ, ਮਹੱਲਾ ਉਚਾਰਨ ਨਹੀਂ ਕਰਨਾ, ਇਸ ਦਾ ਸਹੀ ਉਚਾਰਨ ਮਹੱਲਾ ਹੋਵੇਗਾ। ਕਿਉਂ ਕਰਕੇ ਜਿਸ ਸਮੇਂ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਗੁਰਬਾਣੀ ਨੂੰ ਲਿਖਾਉਣ ਦੀ ਸੇਵਾ ਕਰਾ ਰਹੇ ਸਨ, ਉਸ ਸਮੇਂ ਭਾਈ ਗੁਰਦਾਸ ਜੀਆਂ ਨੇ ਇਹ ਬੇਨਤੀ ਕੀਤੀ ਸੀ ਸਤਿਗੁਰੂ ਮਹਾਰਾਜ ਅੱਗੇ ਕਿ ਸਤਿਗੁਰੂ ਗੁਰਬਾਣੀ ਅੰਦਰ ਅੱਧਕ ਅਤੇ ਬਿੰਦੀਆਂ ਲਗਾ ਦੇਈਏ ਸੰਗਤਾਂ ਦੀ ਸਹੂਲਤ ਵਾਸਤੇ। ਪਰ ਸਤਿਗੁਰਾਂ ਨੇ ਹਜ਼ੂਰ ਨੇ ਇਹ ਕਿਹਾ ਸੀਗਾ, ਇਹ ਕਹਿ ਕੇ ਮਨਾ ਕਰ ਦਿੱਤਾ ਕਿ ਭਾਈ ਜੀ ਕਿ ਇਹ ਜੋ ਸੰਪੂਰਨ ਗੁਰਬਾਣੀ ਲਿਖੀ ਗਈ ਹੈ ਇਹ ਸਭ ਸ਼ੁੱਧ ਸਰੂਪ ਹੈ, ਅਤੇ ਸਿਆਣੇ ਗੁਰਸਿੱਖ ਪੜ੍ਹਨ ਲੱਗਿਆਂ ਅੱਧਕ ਬਿੰਦੀਆਂ ਦਾ ਉਚਾਰਨ ਕਰ ਲਿਆ ਕਰਨਗੇ। ਸੋ ਇਹ ਸਾਧ ਸੰਗਤ ਜੀ ਜੋ ਇਹ ਵਿਚਾਰ ਹੈ ਸਾਧ ਸੰਗਤ ਇਹ ਗੁਰਸਿੱਖਾਂ ਪਾਸੋਂ ਹੀ ਸਿੱਖਣ ਨੂੰ ਮਿਲਦੀ ਹੈ। ਇਸ ਕਰਕੇ ਸਾਧ ਸੰਗਤ ਜੀ ਜੋ ਗੁਰਬਾਣੀ ਦੀ ਸੰਥਿਆ ਕਰਨੀ ਹੈ ਉਹ ਬੜੀ ਹੀ ਲਾਜ਼ਮੀ ਹੈ। ਜੇਕਰ ਸੰਥਿਆ ਕਰਦੇ ਹਾਂ ਤਾਂ ਹੀ ਇਹਨਾਂ ਸੂਖਮ ਭੇਦਾਂ ਦਾ ਅਤੇ ਗੁਰਬਾਣੀ ਦੇ ਸਹੀ ਉਚਾਰਨ ਦਾ ਆਪਾਂ ਨੂੰ ਪਤਾ ਲੱਗ ਸਕਦਾ ਹੈ। ਕਿਉਂਕਿ ਸਾਧ ਸੰਗਤ ਜੀ ਜਿਸ ਸਮੇਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਿਸ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਬਿਰਾਜ ਰਹੇ ਸਨ, ਉਸ ਸਮੇਂ ਇੱਕ ਗੁਰਸਿੱਖ ਜੋ ਗੁਰਬਾਣੀ ਪੜ੍ਹ ਰਿਹਾ ਸੀ, ਗੁਰਬਾਣੀ ਉਚਾਰ ਰਿਹਾ ਸੀ, ਤਾਂ ਉਸ ਨੇ ਕਹਿ ਜਾਣੇ ਗੁਰਸੂਰਾ ਦੀ ਥਾਂ ਤੇ ਕਿ ਜਾਣੇ ਗੁਰਸੂਰਾ ਇੱਕ ਮਾਤਰਾ ਹੀ ਬਦਲੀ ਸੀਗੀ, ਭਾਵ ਗਲਤ ਪੜ੍ਹੀ ਸੀ। ਤਾਂ ਉਸ ਸਮੇਂ ਸਤਿਗੁਰਾਂ ਨੇ ਸਿੱਖਾਂ ਨੂੰ ਕਹਿ ਕੇ ਉਸ ਗਲਤ ਗੁਰਬਾਣੀ ਪੜ੍ਹ ਰਹੇ ਸਿੱਖ ਨੂੰ ਚਪੇੜ ਮਰਵਾਈ ਸੀ। ਤਾਂ ਇਸ ਪ੍ਰਕਾਰ ਉਹ ਸਿੱਖ ਜਿਸ ਸਮੇਂ ਗੁਰੂ ਸਾਹਿਬ ਪਾਸ ਆਇਆ ਉਹ ਬੇਨਤੀ ਕਰਨ ਲੱਗਾ ਕਿ ਸਤਿਗੁਰੂ ਤੁਹਾਡੀ ਗੁਰਬਾਣੀ ਪੜ੍ਹਦਿਆਂ ਹੋਇਆਂ ਇਸ ਲੋਕ ਅੰਦਰ ਹੀ ਚਪੇੜਾਂ ਪੈਂਦੀਆਂ ਹਨ ਤੇ ਸਾਡਾ ਪਰਲੋਕ ਵਿੱਚ ਕੀ ਹਾਲ ਹੋਵੇਗਾ। ਤਾਂ ਸਤਿਗੁਰਾਂ ਨੇ ਫਰਮਾਇਆ ਕਿ ਭਾਈ ਤੁਸੀਂ ਗੁਰਬਾਣੀ ਗਲਤ ਪੜ੍ਹ ਰਹੇ ਸੋ ਇਸ ਪ੍ਰਕਾਰ ਸਤਿਗੁਰਾਂ ਨੇ ਇਹ ਦ੍ਰਿੜ ਕਰਾਇਆ ਕਿ ਗੁਰਬਾਣੀ ਪੜ੍ਹਨ ਤੋਂ ਪਹਿਲਾਂ ਗੁਰਬਾਣੀ ਦੀ ਸੰਥਿਆ ਸੂਝਵਾਨ ਸਿੰਘਾਂ ਪਾਸੋਂ ਸੰਥਿਆ ਲੈਣੀ ਬਹੁਤ ਜ਼ਰੂਰੀ ਹੈ। ਇਸ ਬਾਬਤ ਸਾਧ ਸੰਗਤ ਕਾਫੀ ਉਦਾਹਰਨਾਂ ਮਿਲ ਜਾਂਦੀਆਂ ਹਨ। ਜਿਸ ਪ੍ਰਕਾਰ ਭਗਤ ਕਬੀਰ ਸਾਹਿਬ ਦਾ ਬਚਨ ਹੈ, ਕਬੀਰ ਕੰਨ ਮੁਸੱਲਾ ਸੂਫ ਗਲ। ਇਸ ਵਿੱਚ ਜੋ ਸ਼ਬਦ ਹੈ ਮੁਸੱਲਾ ਸਾਧ ਸੰਗਤ ਉਹਦੇ ਉੱਪਰ ਅੱਧਕ ਨਹੀਂ ਲੱਗੀ ਹੋਈ, ਪਰ ਉਸ ਨੂੰ ਅੱਧਕ ਲਾ ਕੇ ਹੀ ਉਚਾਰਨ ਕਰਾਂਗੇ। ਕਿਉਂਕਿ ਮੁਸੱਲਾ ਦਾ ਅਰਥ ਹੁੰਦਾ ਹੈ ਜੋ ਮੁਸਲਮਾਨ ਵੀਰ ਆਪਣੇ ਮੋਢੇ ਉੱਪਰ ਕੱਪੜਾ ਰੱਖਦੇ ਹਨ, ਜੋ ਉਹ ਭੁੰਜੇ ਵਿਛਾ ਕੇ ਉੱਪਰ ਬੈਠ ਕੇ 5 ਵਕਤ ਜੋ ਨਮਾਜ਼ ਅਦਾ ਕਰਦੇ ਹਨ, ਉਸ ਨੂੰ ਮੁਸੱਲਾ ਕਿਹਾ ਜਾਂਦਾ ਹੈ। ਤੇ ਜੇਕਰ ਅੱਧਕ ਦਾ ਉਚਾਰਨ ਨਹੀਂ ਕਰਾਂਗੇ ਤੇ ਉਹ ਸਾਧ ਸੰਗਤ ਮੁਸਲਾ ਬਣ ਜਾਵੇਗਾ, ਤਾਂ ਉਸ ਦਾ ਅਰਥ ਦਾ ਅਨਰਥ ਹੋ ਜਾਵੇਗਾ। ਇਸੇ ਪ੍ਰਕਾਰ ਹੋਰ ਉਦਾਹਰਨਾਂ ਹਨ। ਜਿਸ ਪ੍ਰਕਾਰ ਗੁਰਬਾਣੀ ਦਾ ਫਰਮਾਨ ਹੈ 70 ਕਾ ਮਤਹੀਣ
80 का ਵਿਵਹਾਰ ਨਾ ਪਾਵੈ। ਇਸ ਦੇ ਉੱਪਰ ਵੀ 70 ਦੇ ਉੱਪਰ ਵੀ ਅੱਧਕ ਨਹੀਂ ਲੱਗੀ, ਪਰ ਉਚਾਰਨ ਅੱਧਕ ਲੱਗ ਕੇ ਹੀ ਹੋਵੇਗਾ। ਅਤੇ 80 का ਭਾਵ 80 ਸਾਲਾਂ ਦਾ, ਅਤੇ ਇੱਥੇ ਵੀ ਅੱਧਕ ਲੱਗ ਕੇ ਹੀ ਉਚਾਰਨ ਹੋਵੇਗਾ। ਇਸ ਪ੍ਰਕਾਰ ਸਤਿਗੁਰੂ ਫਰਮਾਉਂਦੇ ਹਨ ਕਿ ਗੁਰਬਾਣੀ ਸੰਥਿਆ ਕਰਕੇ ਪੜ੍ਹਨੀ ਚਾਹੀਦੀ ਹੈ ਅਤੇ ਮਹੱਲੇ ਦਾ ਉਚਾਰਨ ਅੱਧਕ ਦੇ ਨਾਲ ਮਹੱਲਾ ਪਹਿਲਾ ਇਸ ਪ੍ਰਕਾਰ ਹੋਵੇਗਾ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਓੰਕਾਰ, ਇਹ ਸਾਧ ਸੰਗਤ ਜੀ ਇਹ ਬੀਜ ਰੂਪ ਮੰਤਰ ਹੈ, ਇਹ ਮੰਗਲ ਹੈ ਸਤ ਸੰਗਤ ਜੀ ਸਤਿਗੁਰਾਂ ਨੇ ਕੀਤਾ ਹੋਇਆ, ਜਿਸ ਦਾ ਅਰਥ ਹੈ ਇੱਕ। ਇੱਕ ਅਦੁੱਤੀ ਬ੍ਰਹਮ, ਇੱਕ ਉਸ ਦੇ ਤੁੱਲ ਉਸ ਦੇ ਬਰਾਬਰ ਕੋਈ ਨਹੀਂ। ਸਾਧ ਸੰਗਤ ਜੀ ਜੇਕਰ ਆਪਾਂ ਕਿਸੇ ਦੀ ਉਪਮਾ ਕਰਨੀ ਹੋਵੇ ਤਾਂ ਇਹ ਕਿਸੇ ਦੀ ਤੁਲਨਾ ਵਿੱਚ ਕਹਿਣਾ ਪਵੇਗਾ ਕਿ ਇਹ ਫਲਾਣੇ ਤੋਂ ਉੱਚਾ ਹੈ ਜਾਂ ਉਸ ਦੇ ਬਰਾਬਰ ਹੈ ਜਾਂ ਉਸ ਤੋਂ ਕਿੰਨਾ ਕੁ ਉੱਚਾ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਸਤ ਪਰਮੇਸ਼ਰ ਦੇ ਤੁੱਲ ਤਾਂ ਕੋਈ ਹੈ ਹੀ ਨਹੀਂ, ਤਾਂ ਕੋਈ ਕਿਵੇਂ ਦੱਸ ਸਕਦਾ ਹੈ ਕਿ ਪਰਮੇਸ਼ਰ ਉਹ ਕਿਤਨਾ ਵੱਡਾ ਹੈ ਜਾਂ ਕਿਤਨਾ ਵਿਸ਼ਾਲ ਹੈ। ਸਾਧ ਸੰਗਤ ਜੀ ਉਹ ਇੱਕੋ ਹੀ ਹੈ, ਉਹ ਅਦੁੱਤੀ ਸਰੂਪ ਹੈ। ਸਾਧ ਸੰਗਤ ਜੀ ਸਤਿਗੁਰੂ ਅੱਗੇ ਫਰਮਾਉਂਦੇ ਹਨ ਓੰਕਾਰ। ਓੰਕਾਰ ਤੋਂ ਭਾਵ ਸਾਰਿਆਂ ਦਾ ਪ੍ਰਕਾਸ਼ਕ ਰੂਪ, ਸਾਰੇ ਹੀ ਜੀਵਾਂ ਨੂੰ ਪ੍ਰਕਾਸ਼ ਕਰ ਦੇਣ ਵਾਲਾ, ਸਾਰੇ ਹੀ ਸੰਸਾਰ ਦੀ ਉਤਪਤੀ ਕਰਨ ਵਾਲਾ ਉਹ ਪਰਮੇਸ਼ਰ। ਓੰਕਾਰ ਭਾਵ ਅਦੁੱਤੀ ਸਰੂਪ, ਉਹ ਇੱਕੋ ਹੀ ਪਰਮੇਸ਼ਰ ਹੈ। ਓੰਕਾਰ ਉਚਾਰਨੇ ਮਾਤਰ ਰੱਖਿਆ ਕਰਨ ਵਾਲਾ ਹੈ। ਸਾਧ ਸੰਗਤ ਇੱਕ ਓੰਕਾਰ ਦਾ ਉਚਾਰਨ ਕਰਦੇ ਹਨ ਗੁਰਸਿੱਖ ਤਾਂ ਸਤਿਗੁਰੂ ਉਹਨਾਂ ਦੀ ਰੱਖਿਆ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਉਹ ਸੱਚੇ ਸਤਿਗੁਰੂ ਦੀ ਕਿਰਪਾ ਭਾਵ ਪ੍ਰਸਾਦ ਸਦਕਾ ਜੋ ਸਤ ਸਰੂਪ ਪਰਮੇਸ਼ਰ ਹੈ ਉਹ ਸਤਿਗੁਰਾਂ ਦੀ ਪ੍ਰਸਾਦ ਭਾਵ ਕਿਰਪਾ ਦੇ ਨਾਲ ਹੀ ਪ੍ਰਾਪਤ ਹੁੰਦਾ ਹੈ। ਜੋ ਇੱਕ ਪਰਮੇਸ਼ਰ ਓੰਕਾਰ ਸਰਬ ਦਾ ਪ੍ਰਕਾਸ਼ਕ ਸਰੂਪ ਹੈ। ਸੋ ਦਰ ਤੇਰਾ ਕੀਹਾ। ਸੋ ਦਰ, ਇਸ ਤੋਂ ਭਾਵ ਹੈ ਸਾਧ ਸੰਗਤ ਜੀ ਉਹ ਦਰ, ਦਰਵਾਜ਼ਾ। ਹੇ ਪਰਮੇਸ਼ਰ ਉਹ ਤੁਹਾਡਾ ਦਰਵਾਜ਼ਾ ਕਿਹੋ ਜਿਹਾ ਹੈ। ਸੋ ਘਰ ਕੀਹਾ। ਸੋ ਘਰ ਤੋਂ ਭਾਵ ਉਹ ਘਰ, ਹੇ ਪਰਮੇਸ਼ਰ ਤੁਹਾਡਾ ਉਹ ਘਰ ਕਿਹੋ ਜਿਹਾ ਹੈ। ਸਾਧ ਸੰਗਤ ਜੀ ਇੱਕ ਦਰ ਹੁੰਦਾ ਹੈ ਭਾਵ ਦਰਵਾਜ਼ਾ, ਅਤੇ ਇੱਕ ਘਰ ਹੁੰਦਾ ਹੈ। ਜੇਕਰ ਘਰ ਦੇ ਅੰਦਰ ਪ੍ਰਵੇਸ਼ ਕਰਨਾ ਹੋਵੇ ਤਾਂ ਸਾਧ ਸੰਗਤ ਉਹ ਦਰਵਾਜ਼ੇ ਦੇ ਅੰਦਰੋਂ ਦੀ ਲੰਘ ਕੇ ਜਾਣਾ ਪੈਂਦਾ ਹੈ। ਸੋ ਇਸ ਪ੍ਰਕਾਰ ਜੋ ਸਤ ਸੰਗਤ ਰੂਪ ਦਰ ਹੈ, ਆਪਾਂ ਕਹਿੰਦੇ ਹਾਂ ਕਿ ਅਸੀਂ ਗੁਰਦੁਆਰੇ ਚੱਲੇ ਹਾਂ, ਗੁਰੂ ਦਾ ਦੁਆਰ ਹੈ ਇਹ, ਜਿੱਥੇ ਆਣ ਕਰਕੇ ਸਾਧ ਸੰਗਤ ਜੀ ਸਤ ਸੰਗਤ ਦੇ ਅੰਦਰ ਬੈਠ ਕਰਕੇ ਗੁਰਸਿੱਖ ਸਤਿਗੁਰਾਂ ਨੂੰ ਯਾਦ ਕਰਦੇ ਹਨ, ਬੰਦਗੀ ਕਰਦੇ ਹਨ, ਤਾਂ ਪਰਮੇਸ਼ਰ ਤੁਰਟ ਕੇ ਸੰਗਤ ਨੂੰ ਆਪਣੇ ਸੱਚਖੰਡ ਰੂਪੀ ਘਰ ਦੇ ਅੰਦਰ ਬੁਲਾ ਲੈਂਦਾ ਹੈ। ਅੰਦਰ ਦਰਵਾਜ਼ੇ ਦੇ ਅੰਦਰ ਸੱਚਖੰਡ ਦੇ ਅੰਦਰ ਸਤਿਗੁਰੂ ਬੁਲਾ ਲੈਂਦੇ ਹਨ। ਇਹ ਹੈ ਸਤਿਗੁਰੂ ਦਾ ਦਰ, ਜੋ ਸਾਧ ਸੰਗਤ ਰੂਪੀ ਦਰ ਹੈ। ਅਸੀਂ ਦਰਵਾਜ਼ੇ ਅੰਦਰ ਸਤ ਸੰਗਤ ਰੂਪੀ ਦਰ ਦੇ ਅੰਦਰ ਬੈਠ ਕਰਕੇ ਸਤਿਗੁਰਾਂ ਦੀ ਉਸਤਤੀ ਕਰਨੀ ਹੈ, ਤਾਂ ਜੋ ਸਤਿਗੁਰੂ ਸਾਨੂੰ ਆਪਣੇ ਘਰ ਦੇ ਅੰਦਰ ਸੱਚਖੰਡ ਅੰਦਰ ਪ੍ਰਵੇਸ਼ ਕਰਾ ਲੈਣ। ਤੇ ਇੱਥੇ ਸਤਿਗੁਰੂ ਫਰਮਾਉਂਦੇ ਹਨ ਕਿ ਉਹ ਤੁਹਾਡਾ ਦਰ ਜਿੱਥੇ ਬੈਠ ਕਰਕੇ ਸੰਗਤ ਆਪ ਜੀ ਨੂੰ ਯਾਦ ਕਰਦੀ ਹੈ, ਅਤੇ ਉਹ ਤੁਹਾਡਾ ਘਰ ਸੱਚਖੰਡ ਰੂਪੀ ਘਰ ਕਿਹੋ ਜਿਹਾ ਹੈ, ਬੜਾ ਅਚਰਜ ਹੈ, ਵਰਣਨ ਤੋਂ ਬਾਹਰ ਹੈ। ਜਿਤ ਬਹਿ ਸਰਬ ਸੰਭਾਲੇ। ਜਿਤ ਬਹਿ, ਜਿੱਥੇ ਬੈਠ ਕਰਕੇ ਹੇ ਪਰਮੇਸ਼ਰ ਸਰਬ ਸੰਭਾਲੇ, ਸਾਰੇ ਜੀਵ ਤੁਹਾਨੂੰ ਸੰਭਾਲ ਰਹੇ ਹਨ, ਤੁਹਾਨੂੰ ਚੇਤਾ ਕਰ ਰਹੇ ਹਨ, ਤੁਹਾਡੀ ਬੰਦਗੀ ਕਰ ਰਹੇ ਹਨ। ਹੇ ਪਰਮੇਸ਼ਰ ਉਹ ਤੁਹਾਡਾ ਸਤ ਸੰਗਤ ਰੂਪੀ ਦਰ ਕਿਹੋ ਜਿਹਾ ਹੈ। ਅਤੇ ਜਿਤ ਬਹਿ ਸਰਬ ਸੰਭਾਲੇ, ਜਿੱਥੇ ਬੈਠ ਕਰਕੇ ਹੇ ਪਰਮੇਸ਼ਰ ਸੱਚਖੰਡ ਰੂਪੀ ਘਰ ਅੰਦਰ ਤੁਸੀਂ ਸਾਰੇ ਜੀਵਾਂ ਦੀ ਸੰਭਾਲਣਾ, ਪ੍ਰਤਪਾਲਣਾ, ਸਾਰਿਆਂ ਦੀ ਪ੍ਰਤਪਾਲ ਕਰ ਰਹੇ ਹੋ। ਉਹ ਤੁਹਾਡਾ ਦਰ ਕਿਹੋ ਜਿਹਾ ਹੈ ਜਿੱਥੇ ਬੈਠ ਕਰਕੇ ਤੁਸੀਂ ਸਾਰਿਆਂ ਨੂੰ ਸੰਭਾਲ ਰਹੇ ਹੋ। ਵਾਜੇ ਤੇਰੇ ਨਾਦ ਅਨੇਕ ਅਸੰਖਾ। ਵਾਜੇ ਤੇਰੇ, ਤੁਹਾਡੇ ਦਰ ਉੱਤੇ ਅਨੇਕਾਂ ਹੀ ਵਾਜੇ ਵੱਜ ਰਹੇ ਹਨ। ਹੇ ਪਰਮੇਸ਼ਰ ਵਾਜੇ ਤੇਰੇ ਅਨੇਕ, ਜਿਹੜੇ ਵਾਜੇ ਹਨ ਉਹ ਅਨੇਕਾਂ ਹੀ ਹਨ, ਗਿਣੇ ਨਹੀਂ ਜਾ ਸਕਦੇ। ਭਾਂਤ ਭਾਂਤ ਦੇ ਜੋ ਵਾਜੇ ਵੱਜ ਰਹੇ ਹਨ ਤੁਹਾਡੀ ਉਸਤਤੀ ਦੇ ਵਿੱਚ। ਨਾਦ, ਜਿਹੜੇ ਨਾਦ ਹਨ ਉਹ ਵਾਜੇ ਜਿਹੜੇ ਨਾਦਾਂ ਦੇ ਅੰਦਰ ਵੱਜ ਰਹੇ ਹਨ, ਭਿੰਨ ਭਿੰਨ ਪ੍ਰਕਾਰ ਦੇ ਨਾਦ ਹਨ, ਧੁਨੀਆਂ ਹਨ, ਉਹ ਅਸੰਖਾਂ ਹੀ ਹਨ, ਗਿਣੀਆਂ ਨਹੀਂ ਜਾ ਸਕਦੀਆਂ। ਇਹ ਅਸੰਖਾਂ ਹੀ ਵਾਜੇ ਅਤੇ ਨਾਦ ਤੁਹਾਡੀ ਉਸਤਤੀ ਕਰ ਰਹੇ ਹਨ। ਕੀਤੇ ਤੇਰੇ ਵਾਵਣ ਹਾਰੇ।
ਇੱਕ ਤਾਂ ਸਾਧ ਸੰਗਤ ਜਿਹੜੇ ਵਾਜੇ ਅਤੇ ਨਾਦ ਉਹ ਆਪ ਜਿਹੜੇ ਸਤਿਗੁਰਾਂ ਦੀ ਉਸਤਤੀ ਕਰ ਰਹੇ ਹਨ, ਅਤੇ ਕੇਤੇ ਤੇਰੇ ਇਹ ਸਾਧ ਸੰਗਤ ਇਹ ਪਰਮੇਸ਼ਰ ਤੁਹਾਡੇ ਦਰ ਤੇ ਵਾਵਣਹਾਰੇ ਉਹਨਾਂ ਨਾਦਾਂ ਨੂੰ, ਉਹਨਾਂ ਵਾਜਿਆਂ ਨੂੰ ਵਜਾਉਣ ਵਾਲੇ ਵੀ ਬੇਅੰਤ ਹੀ ਹਨ। ਸਤਿਗੁਰੂ ਇਹ ਪਰਮੇਸ਼ਰ ਉਹ ਬੇਅੰਤ ਹੀ ਹਨ ਜੋ ਤੁਹਾਡੀ ਉਸਤਤੀ ਕਰ ਰਹੇ ਹਨ। ਕੇਤੇ ਤੇਰੇ ਰਾਗ ਪਰੀ ਸਿਉ ਕਹੀਐ ਹੈ। ਕੇਤੇ ਤੇਰੇ ਇਹ ਪਰਮੇਸ਼ਰ ਕਿਤਨੇ ਹੀ ਬੇਅੰਤ ਉਹ ਤੁਹਾਡੇ ਰਾਗ ਹਨ ਜਿਹੜੇ, ਅਤੇ ਪਰੀ ਭਾਵ ਰਾਗਣੀਆਂ, ਰਾਗਾਂ ਦੇ ਘਰ ਵਾਲੀਆਂ ਰਾਗਣੀਆਂ, ਅਤੇ ਸਿਉ ਭਾਵ ਉਹਨਾਂ ਦੇ ਸਪੁੱਤਰ। ਰਾਗ ਰਾਗਣੀਆਂ ਅਤੇ ਉਹਨਾਂ ਦੇ ਸਪੁੱਤਰ ਕਹੀਏ ਹੈ, ਇਹ ਤੁਹਾਡੀ ਹੀ ਉਪਮਾ ਕਹਿ ਰਹੇ ਹਨ, ਇਹ ਬੇਅੰਤ ਹੀ ਹਨ। ਸਾਧ ਸੰਗਤ ਜਿਸ ਸਮੇਂ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਗੁਰਬਾਣੀ ਨੂੰ ਲਿਖਵਾਉਣ ਦੀ ਸੇਵਾ ਕਰਾ ਰਹੇ ਸਨ, ਉਸ ਸਮੇਂ ਇਹ ਰਾਗ ਵੀ ਆਣ ਕਰਕੇ ਸਤਿਗੁਰਾਂ ਦੀ ਚਰਨੀ ਪਏ ਸਨ, ਅਤੇ ਇਹਨਾਂ ਨੇ ਵੀ ਬੇਨਤੀ ਕੀਤੀ ਸੀ ਕਿ ਸਾਡੇ ਤੇ ਵੀ ਕਿਰਪਾ ਕਰੋ। ਤਾਂ ਸਤਿਗੁਰਾਂ ਨੇ ਤੁਰਠ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਅੰਦਰ ਅਖੀਰ ਦੇ ਉੱਪਰ ਜੋ ਰਾਗਮਾਲਾ ਬਾਣੀ ਹੈ, ਉਸ ਰਾਗਮਾਲਾ ਬਾਣੀ ਦੇ ਅੰਦਰ ਸਤਿਗੁਰਾਂ ਨੇ ਕਿਰਪਾ ਕਰਕੇ ਇਹ ਰਾਗਾਂ ਦੇ ਨਾਮ, ਰਾਗਾਂ ਦੀਆਂ ਘਰ ਵਾਲੀਆਂ, ਇਹਨਾਂ ਦੇ ਸਪੁੱਤਰ ਅਤੇ ਇਹਨਾਂ ਦੇ ਸੰਪੂਰਨ ਪਰਿਵਾਰ ਦਾ ਵਰਣਨ ਸਤਿਗੁਰਾਂ ਨੇ ਰਾਗਮਾਲਾ ਗੁਰਬਾਣੀ ਅੰਦਰ ਕੀਤਾ ਹੈ। ਤੋ ਇੱਥੇ ਸਤਿਗੁਰੂ ਫਰਮਾਉਂਦੇ ਹਨ, ਕੇਤੇ ਤੇਰੇ ਰਾਗ ਪਰੀ ਸਿਉ ਕਹੀਐਨ। ਜਿਹੜੇ ਤੁਹਾਡੇ ਰਾਗ ਹਨ ਉਹ ਆਪਣੀਆਂ ਪਤਨੀਆਂ ਪਰੀਆਂ ਦੇ ਨਾਲ, ਰਾਗਣੀਆਂ ਨਾਲ ਅਤੇ ਆਪਣੇ ਸਪੁੱਤਰਾਂ ਦੇ ਨਾਲ ਰਲ ਕੇ ਤੁਹਾਡਾ ਜਸ ਗਾਇਨ ਕਰ ਰਹੇ ਹਨ, ਉਹ ਬੇਅੰਤ ਹੀ ਹਨ। ਕੇਤੇ ਤੇਰੇ ਗਾਵਣ ਹਾਰੇ। ਇਹ ਪਰਮੇਸ਼ਰ ਕੇਤੇ ਤੇਰੇ ਉਹ ਤੁਹਾਡੇ ਬੇਅੰਤ ਹੀ ਹਨ, ਗਾਵਣ ਹਾਰੇ। ਇੱਕ ਤਾਂ ਰਾਗ ਅਤੇ ਰਾਗਣੀਆਂ ਆਪ ਪਰਮੇਸ਼ਰ ਨੂੰ ਗਾ ਰਹੀਆਂ ਹਨ, ਅਤੇ ਇੱਕ ਉਹਨਾਂ ਰਾਗਾਂ ਦੁਆਰਾ, ਉਹਨਾਂ ਰਾਗਣੀਆਂ ਦੁਆਰਾ ਇਹ ਪਰਮੇਸ਼ਰ ਤੁਹਾਡੀ ਕੀਰਤੀ ਕਰ ਰਹੇ ਹਨ, ਉਹ ਵੀ ਬੇਅੰਤ ਹੀ ਹਨ। ਗਾਵਣ ਤੁਧਨੋ ਪਵਨ ਪਾਣੀ ਬੈ ਸੰਤਰ। ਇਹ ਪਰਮੇਸ਼ਰ ਗਾਵਣ ਤੁਧਨੋ ਤੁਹਾਨੂੰ ਗਾ ਰਹੇ ਹਨ। ਪਵਨ ਤੋਂ ਭਾਵ ਹਵਾ, ਪਾਉਣ। ਪਾਣੀ ਤੋਂ ਭਾਵ ਜਲ, ਅਤੇ ਬੈਸੰਤਰ ਤੋਂ ਭਾਵ ਅੱਗ। ਹੇ ਪਰਮੇਸ਼ਰ ਇਹ ਪਾਣੀ, ਹਵਾ, ਅੱਗ ਇਹ ਸਾਰੇ ਤੁਹਾਨੂੰ ਹੀ ਗਾ ਰਹੇ ਹਨ। ਸਤਿਗੁਰਾਂ ਦਾ ਫਰਮਾਨ ਹੈ, ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ, ਪੰਜਵਾਂ ਪਾਇਆ ਕਿਰਤ, ਤਾਂ ਹੋਆ ਪਾਕ ਪਵਿੱਤ। ਇਹ ਸਾਧ ਸੰਗਤ ਜੀ ਇਹ ਸਾਰੇ ਦੇਵਤੇ ਹਨ ਜਿਨ੍ਹਾਂ ਦੇ ਨਾਲ ਇਹ ਸੰਸਾਰ ਦੀ, ਇਹ ਜੀਵ ਦੀ ਸਰੀਰਕ ਲੋੜ ਪੂਰੀ ਹੁੰਦੀ ਹੈ, ਤ੍ਰਿਪਤੀ ਹੁੰਦੀ ਹੈ, ਇਹ ਦੇਵਤੇ ਹਨ ਸਤਿਗੁਰਾਂ ਨੇ ਆਖੇ। ਤਾਂ ਇਹ ਪਰਮੇਸ਼ਰ ਤੁਹਾਨੂੰ ਇਹ ਵੀ ਦੇਵਤੇ ਸਾਰੇ, ਪਵਨ, ਪਾਣੀ, ਅੱਗ, ਬੈਸੰਤਰ ਇਹ ਸਾਰੇ ਹੀ ਤੁਹਾਨੂੰ ਹੀ ਗਾ ਰਹੇ ਹਨ। ਗਾਵੇ ਰਾਜਾ ਧਰਮ ਦੁਆਰੇ। ਗਾਵੇ ਤੁਹਾਨੂੰ ਗਾ ਰਿਹਾ ਹੈ ਪਰਮੇਸ਼ਰ ਰਾਜਾ ਧਰਮ ਭਾਵ ਧਰਮ ਰਾਜਾ, ਜਿਹੜਾ ਜੀਵਾਂ ਦਾ ਲੇਖਾ ਜੋਖਾ ਕਰਦਾ ਹੈ, ਉਹ ਇਹ ਪਰਮੇਸ਼ਰ ਤੁਹਾਨੂੰ ਹੀ ਗਾ ਰਿਹਾ ਹੈ। ਇਹ ਇਸ ਪ੍ਰਕਾਰ ਗਾ ਰਿਹਾ ਹੈ ਕਿ ਹੇ ਪਰਮੇਸ਼ਰ ਮੇਰੇ ਤੋਂ ਕੋਈ ਅਨਿਆਂ ਨਾ ਹੋ ਜਾਵੇ, ਮੇਰੇ ਤੋਂ ਕਿਸੇ ਨਾਲ ਬੇਇਨਸਾਫੀ ਨਾ ਹੋ ਜਾਵੇ। ਇਸ ਪ੍ਰਕਾਰ ਇਹ ਤੁਹਾਨੂੰ ਧਰਮ ਰਾਜਾ ਵੀ ਗਾ ਰਿਹਾ ਹੈ। ਗਾਵਣ ਤੁਧਨੋ ਚਿੱਤ ਗੁਪਤ ਲਿਖ ਜਾਣਨ। ਗਾਵਣ ਤੁਧਨੋ ਹੇ ਪਰਮੇਸ਼ਰ ਤੁਹਾਨੂੰ ਗਾ ਰਹੇ ਹਨ ਚਿੱਤ ਗੁਪਤ, ਜਿਹੜੇ ਜੀਵਾਂ ਦੇ ਗੁਪਤ ਚਿੱਤਰ ਨੂੰ ਵੀ ਪੜ੍ਹ ਲੈਂਦੇ ਹਨ ਅਤੇ ਉਸ ਨੂੰ ਲਿਖ ਜਾਣਨ, ਲਿਖ ਕੇ ਧਰਮ ਰਾਜੇ ਪਾਸ ਲੈ ਜਾਂਦੇ ਹਨ। ਇਹ ਉਹ ਚਿੱਤਰ ਗੁਪਤ ਵੀ ਤੁਹਾਨੂੰ ਗਾ ਰਹੇ ਹਨ। ਸਾਧ ਸੰਗਤ ਇੱਕ ਪਾਪ ਹੁੰਦਾ ਹੈ ਅਤੇ ਇੱਕ ਅਪਰਾਧ ਹੁੰਦਾ ਹੈ। ਜੋ ਦੁਨੀਆ ਦਾ ਕਾਨੂੰਨ ਜੋ ਸਜ਼ਾ ਦਿੰਦਾ ਹੈ ਉਹ ਅਪਰਾਧ ਦੀ ਸਜ਼ਾ ਦਿੰਦਾ ਹੈ। ਜੋ ਅਪਰਾਧ ਇਹਨਾਂ ਹੱਥਾਂ ਦੇ ਨਾਲ ਜੀਵ ਕਰ ਲੈਂਦਾ ਹੈ, ਪੈਰਾਂ ਦੇ ਨਾਲ ਕਰ ਲੈਂਦਾ ਹੈ, ਕਿਸੇ ਦੀ ਪੱਤ ਲੁੱਟ ਲੈਂਦਾ ਹੈ, ਕਿਸੇ ਦੀ ਚੋਰੀ ਕਰ ਲੈਂਦਾ ਹੈ, ਇਹ ਦੁਨੀਆ ਦਾ, ਇਸ ਸੰਸਾਰ ਦਾ ਜੋ ਕਾਨੂੰਨ, ਕਾਇਦਾ ਕਾਨੂੰਨ ਹੈ ਉਹ ਉਸ ਨੂੰ ਸਜ਼ਾ ਦਿੰਦਾ ਹੈ। ਪਰ ਸਾਧ ਸੰਗਤ ਜੋ ਧਰਮ ਦਾ ਨਿਆਂ ਹੈ, ਧਰਮ ਦਾ ਨਿਆਂ ਤਾਂ ਜੀਵ ਦੀ ਸੋਚਣੀ ਨੂੰ ਹੀ ਫੜ ਲੈਂਦਾ ਹੈ। ਜੋ ਸਾਧ ਸੰਗਤ ਜੋ ਜੀਵ ਸੋਚਦਾ ਹੈ, ਜੇਕਰ ਜੀਵ ਨੇ ਸੋਚ ਵੀ ਲਿਆ ਵੀ ਮੈਂ ਕਿਸੇ ਦਾ ਬੁਰਾ ਕਰਨਾ ਹੈ, ਕਿਸੇ ਦਾ ਧਨ ਲੁੱਟਣਾ, ਕਿਸੇ ਦੀ ਪੱਤ ਲੁੱਟਣੀ ਹੈ, ਤਾਂ ਸਾਧ ਸੰਗਤ ਇਹ ਪਾਪ ਹੈ, ਇਹ ਪਾਪ ਹੋ ਜਾਂਦਾ ਹੈ। ਜੋ ਧਰਮ ਹੈ ਇਹ ਜੀਵ ਨੂੰ ਪਾਪ ਕਰਨ ਦੀ ਵੀ ਸਜ਼ਾ ਦਿੰਦਾ ਹੈ, ਪਾਪ ਕਰਨ ਤੋਂ ਵੀ ਰੋਕਦਾ ਹੈ। ਜੇਕਰ ਮਨ ਦੇ ਅੰਦਰ ਵਿਚਾਰ ਹੀ ਨਾ ਆਇਆ ਤਾਂ ਉਸਨੇ ਅਪਰਾਧ ਕਿਵੇਂ ਬਣਨਾ। ਜੇਕਰ ਇੱਕ ਵਾਰੀ ਇਹ ਬੀਜ ਹੈ ਵਿਚਾਰ ਜੋ ਮਨ ਦੇ ਵਿੱਚ ਜੇਕਰ ਆ ਗਿਆ ਤਾਂ ਇਸਨੇ ਇੱਕ ਨਾ ਇੱਕ ਦਿਨ ਜ਼ਰੂਰ ਪ੍ਰਗਟ ਅਪਰਾਧ ਦੇ ਰੂਪ ਵਿੱਚ ਹੋ ਜਾਣਾ ਹੈ। ਇਸੇ ਪ੍ਰਕਾਰ ਜੋ ਚਿੱਤਰ ਗੁਪਤ ਹੈ ਇਹ ਜੀਵਾਂ ਦੇ ਜੋ ਸੋਚਦੇ ਹਨ ਜੀਵ, ਉਸ ਨੂੰ ਲਿਖ ਕੇ ਜੋ ਧਰਮ ਰਾਜੇ ਪਾਸ ਲਿਜਾਣ ਵਾਲਾ ਹੈ। ਇਹ ਚਿੱਤਰ ਗੁਪਤ ਜੋ ਸਾਰੇ ਹਨ ਇਹ ਵੀ ਤੁਹਾਡਾ ਹੀ ਗਾਇਨ ਕਰ ਰਹੇ ਹਨ। ਹੇ ਪਰਮੇਸ਼ਰ ਲਿਖ ਲਿਖ ਧਰਮ ਵਿਚਾਰੇ। ਲਿਖ
ਧਰਮ ਵਿਚਾਰੇ। ਜਿਹੜਾ ਇਹ ਧਰਮ ਰਾਜਾ ਹੈ, ਜੋ ਚਿੱਤਰਗੁਪਤ ਦੇ ਲਿਖੇ ਹੋਏ ਨੇ ਜੋ ਵਿਚਾਰਦਾ ਹੈ ਕਿ ਇਸਨੇ ਸਹੀ ਲਿਖਿਆ ਹੈ ਲੇਖਾ, ਜਾਂ ਜੀਵਾਂ ਦੇ ਲੇਖੇ ਦੀ ਵਿਚਾਰ ਕਰਦਾ ਹੈ ਕਿ ਜੀਵ ਨੇ ਕਿੰਨੇ ਪਾਪ ਕੀਤੇ ਹਨ ਅਤੇ ਕਿੰਨੇ ਪੁੰਨ ਕਰਮ ਕੀਤੇ ਹਨ, ਉਹ ਧਰਮ ਰਾਜਾ ਅਤੇ ਉਹ ਚਿੱਤਰਗੁਪਤ ਸਾਰੇ ਹੀ ਤੁਹਾਡਾ ਗੁਣ ਗਾਇਨ ਕਰ ਰਹੇ ਹਨ। ਹੇ ਪਰਮੇਸ਼ਰ, ਗਾਵਣ ਤੁਧਨੋ ਈਸ਼ਰ ਬ੍ਰਹਮਾ ਦੇਵੀ। ਗਾਵਣ ਤੁਧਨੂੰ ਤੁਹਾਨੂੰ ਗਾ ਰਹੇ ਹਨ। ਹੇ ਪਰਮੇਸ਼ਰ, ਈਸ਼ਰ, ਈਸ਼ਰ ਤੋਂ ਭਾਵ ਸ਼ਿਵ ਜੀ, ਜਿਹੜਾ ਜੀਵਾਂ ਦਾ ਹਨਨ ਕਰਦਾ ਹੈ, ਜੀਵਾਂ ਨੂੰ ਮਾਰਦਾ ਹੈ। ਬ੍ਰਹਮਾ ਜੋ ਕਿਹਾ ਜਾਂਦਾ ਹੈ, ਗੁਰੂ ਜਪਜੀ ਸਾਹਿਬ ਅੰਦਰ ਵੀ ਫਰਮਾਨ ਆਉਂਦਾ ਹੈ ਕਿ ਜੋ ਬ੍ਰਹਮਾ ਜੋ ਜੀਵਾਂ ਨੂੰ ਪੈਦਾ ਕਰਦਾ ਹੈ। ਅਤੇ ਦੇਵੀ, ਦੇਵੀ ਭਾਵ ਇਹਨਾਂ ਦੇ ਘਰ ਵਾਲੀਆਂ, ਜੋ ਬ੍ਰਹਮਾ ਦੇ ਘਰ ਵਾਲੀ ਸਰਸਵਤੀ, ਸ਼ਿਵ ਜੀ ਦੀ ਪਤਨੀ ਪਾਰਵਤੀ ਅਤੇ ਵਿਸ਼ਨੂੰ ਦੀ ਘਰ ਵਾਲੀ ਜੋ ਹੈ ਲక్ష్ਮੀ, ਇਹ ਸਾਰੇ ਹੀ ਈਸ਼ਰ ਬ੍ਰਹਮਾ ਵਿਸ਼ਨੂੰ ਦੇਵਤੇ ਇਹ ਆਪਣੀਆਂ ਘਰ ਵਾਲੀਆਂ ਸੁਪਤਨੀਆਂ ਦੇ ਸਮੇਤ ਹੈ ਪਰਮੇਸ਼ਰ ਤੁਹਾਨੂੰ ਹੀ ਗਾ ਰਹੇ ਹਨ। ਸੋਹਣ ਤੇਰੇ ਸਦਾ ਸਵਾਰੇ। ਸੋਹਣ ਤੇਰੇ ਸੋਭ ਰਹੇ ਹਨ। ਹੇ ਪਰਮੇਸ਼ਰ, ਤੁਹਾਡੇ ਦੁਆਰੇ ਉੱਤੇ ਸਦਾ ਸਵਾਰੇ, ਤੁਹਾਡੇ ਹੀ ਸਵਾਰੇ ਹੋਏ, ਤੁਹਾਡੇ ਹੀ ਬਣਾਏ ਹੋਏ ਇਹ ਧਰਮ ਰਾਜਾ ਚਿੱਤਰਗੁਪਤ, ਇੰਦਰ, ਬ੍ਰਹਮਾ, ਵਿਸ਼ਨੂੰ ਦੇਵਤੇ ਸਾਰੇ ਹੀ ਜੀਵ ਜੰਤੂ ਸੂਖਮ ਅਸਥੂਲ ਸਾਰੇ ਹੀ ਤੁਹਾਡੇ ਸਵਾਰੇ ਹੋਏ ਹਨ ਅਤੇ ਤੁਹਾਡੇ ਦੁਆਰੇ ਤੇ ਸੋਹਣ ਤੇਰੇ ਸੋਭ ਰਹੇ ਹਨ, ਤੁਹਾਨੂੰ ਹੀ ਗਾ ਰਹੇ ਹਨ। ਗਾਵਣ ਤੁਧਨੋ ਇੰਦਰ ਇੰਦਰਾਸਣ ਬੈਠੇ। ਗਾਵਣ ਤੁਧਨੋ, ਹੇ ਪਰਮੇਸ਼ਰ, ਤੁਹਾਨੂੰ ਗਾ ਰਹੇ ਹਨ। ਇੰਦਰ, ਇੰਦਰ ਦੇਵਤਾ ਤੁਹਾਨੂੰ ਗਾ ਰਿਹਾ ਹੈ। ਇੰਦਰਾਸਣ ਬੈਠੇ ਅਤੇ ਇੰਦਰ ਦੇ ਆਸਣ ਤੇ ਬੈਠੇ ਹੋਏ ਜਿਹੜੇ ਦੇਵਤੇ ਭਾਵ ਇੰਦਰ ਹਨ, ਉਹ ਇੰਦਰ ਆਪਣੇ ਆਸਣ ਤੇ ਬੈਠਾ ਇਸ ਪ੍ਰਕਾਰ ਗਾ ਰਿਹਾ ਹੈ। ਦੇਵਤਿਆ ਦਰ ਨਾਲੇ, ਦੇਵਤੇ ਜਿਹੜੇ 33 ਕਰੋੜ ਦੇਵਤੇ ਹਨ ਹਿੰਦੂ ਮਤ ਵਿੱਚ ਮੰਨੇ ਗਏ, ਉਹ ਸਾਰੇ ਦੇਵਤੇ ਵੀ ਤੁਹਾਨੂੰ ਗਾ ਰਹੇ ਹਨ। ਅਥਵਾ ਦੇਵਤਿਆ ਦਰ ਨਾਲੇ, ਜੋ ਇੰਦਰ ਦੇਵਤੇ ਦੇ ਦਰ ਉੱਤੇ ਖੜੇ ਹੋਏ ਜੋ ਉਸ ਦੇ ਸੂਰਬੀਰ ਯੋਧੇ ਹਨ, ਦੇਵਤੇ ਹਨ, ਲੜਾਕੂ ਯੋਧੇ ਹਨ, ਉਹ ਵੀ ਇਹ ਪਰਮੇਸ਼ਰ ਤੁਹਾਡਾ ਹੀ ਗੁਣ ਗਾਇਨ ਕਰ ਰਹੇ ਹਨ। ਗਾਵਣ ਤੁਧਨੋ ਸਿੱਧ ਸਮਾਧੀ ਅੰਦਰ। ਗਾਵਣ ਤੁਧਨੋ, ਹੇ ਪਰਮੇਸ਼ਰ, ਤੁਹਾਨੂੰ ਗਾ ਰਹੇ ਹਨ। ਸਿੱਧ ਲੋਕ ਜਿਹੜੇ ਸਮਾਧੀਆਂ ਲਗਾ ਕਰਕੇ ਬੈਠੇ ਹਨ ਥਾਂ ਕੁਥਾਂ ਇਸ ਸੰਸਾਰ ਦੇ ਅੰਦਰ, ਸਮਾਧੀਆਂ ਲਗਾਈਆਂ ਹੋਈਆਂ ਹੈ ਜਿਨ੍ਹਾਂ ਸਿੱਧ ਪੁਰਸ਼ਾਂ ਨੇ, ਉਹ ਹੇ ਪਰਮੇਸ਼ਰ ਇਹ ਸਮਾਧੀਆਂ ਦੇ ਅੰਦਰ ਤੁਹਾਨੂੰ ਹੀ ਚੇਤੇ ਕਰ ਰਹੇ ਹਨ, ਤੁਹਾਡਾ ਹੀ ਗੁਣ ਗਾਇਨ ਕਰ ਰਹੇ ਹਨ। ਗਾਵਣ ਤੁਧਨੋ ਸਾਧ ਵਿਚਾਰੇ। ਗਾਵਣ ਤੁਧਨੂੰ, ਹੇ ਪਰਮੇਸ਼ਰ, ਤੁਹਾਨੂੰ ਗਾ ਰਹੇ ਹਨ ਸਾਧ ਜਨ, ਜਿਹੜੇ ਸਾਧੂ ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧ ਲਿਆ, ਵਿਕਾਰਾਂ ਤੋਂ ਰੋਕ ਲਿਆ। ਹੇ ਪਰਮੇਸ਼ਰ, ਉਹ ਤੁਹਾਨੂੰ ਵਿਚਾਰੇ, ਵਿਚਾਰ ਕਰ ਕਰਕੇ ਤੁਹਾਡਾ ਗੁਣ ਗਾਇਨ ਕਰ ਰਹੇ ਹਨ। ਅਥਵਾ ਵਿਚਾਰੇ ਜੋ ਨਿਮਰ ਭਾਵ ਦੇ ਅੰਦਰ ਗਰੀਬੀ ਧਾਰਨ ਕਰਕੇ ਜੋ ਹੇ ਪਰਮੇਸ਼ਰ ਸਾਧੂ ਜਨ ਹਨ, ਤੁਹਾਡਾ ਹੀ ਗੁਣ ਗਾਇਨ ਕਰ ਰਹੇ ਹਨ। ਗਾਵਣ ਤੁਧਨੋ ਜਤੀ ਸਤੀ ਸੰਤੋਖੀ। ਗਾਵਣ ਤੁਧਨੋ, ਹੇ ਪਰਮੇਸ਼ਰ, ਤੁਹਾਨੂੰ ਗਾ ਰਹੇ ਹਨ ਜਤੀ, ਜਿਹੜੇ ਜਤੀ ਪੁਰਸ਼ ਹਨ। ਸਾਧ ਸੰਗਤ, ਜਤੀ ਉਹ ਹੁੰਦਾ ਹੈ ਜਿਸ ਨੇ ਆਪਣੀ ਧਰਮ ਸਪਤਨੀ ਤੋਂ ਇਲਾਵਾ ਕਿਸੇ ਹੋਰ ਔਰਤ ਵੱਲ, ਬਗਾਨੀ ਔਰਤ ਵੱਲ ਅੱਖ ਪਲਕ ਭਰ ਕੇ ਵੀ ਨਹੀਂ ਦੇਖਿਆ ਬੁਰੀ ਨਿਗਾਹ ਦੇ ਨਾਲ, ਉਸ ਨੂੰ ਜਤੀ ਕਿਹਾ ਜਾਂਦਾ ਹੈ। ਅਤੇ ਸਤੀ ਉਸ ਇਸਤਰੀ ਨੂੰ ਕਿਹਾ ਜਾਂਦਾ ਹੈ ਜੋ ਸਾਧ ਸੰਗਤ ਆਪਣੇ ਇੱਕ ਪੁਰਸ਼ ਤੋਂ ਇਲਾਵਾ, ਪਤੀ ਤੋਂ ਇਲਾਵਾ ਹੋਰ ਕਿਸੇ ਬਗਾਨੇ ਪੁਰਸ਼ ਵੱਲ ਪਲਕ ਮਾਤਰ ਵੀ ਮੰਦੀ ਨਿਗਾਹ ਦੇ ਨਾਲ ਨਹੀਂ ਦੇਖਦੀ, ਉਹ ਸਤੀ ਕਿਹਾ ਜਾਂਦਾ ਹੈ। ਇਹ ਪਰਮੇਸ਼ਰ, ਇਹ ਜੋ ਜਤੀ ਲੋਕ ਹਨ ਸਾਰੇ ਪੁਰਸ਼, ਇਹ ਤੋਂ ਸਤੀਆਂ ਜੋ ਇਸਤਰੀਆਂ ਹਨ ਆਪਣੇ ਪਤੀਬ੍ਰਤਾ ਧਰਮ ਦੇ ਅੰਦਰ ਪਰਪੱਕ ਇਸਤਰੀਆਂ, ਉਹ ਵੀ ਸਾਰੀਆਂ ਤੁਹਾਨੂੰ ਗਾ ਰਹੀਆਂ ਹਨ। ਇਹ ਸਾਧ ਸੰਗਤ ਜੋ ਇਹ ਪਰਮੇਸ਼ਰ ਸੰਤੋਖੀ, ਤੁਹਾਨੂੰ ਜਿਹੜੇ ਸੰਤੋਖੀ ਪੁਰਸ਼ ਹਨ ਜਿਨ੍ਹਾਂ ਨੇ ਆਪਣੇ ਜੀਵਨ ਦੇ ਅੰਦਰ ਸੰਤੋਖ ਧਾਰਨ ਕੀਤਾ ਹੋਇਆ ਹੈ, ਉਹ ਵੀ ਤੁਹਾਨੂੰ ਗਾ ਰਹੇ ਹਨ। ਜੋ ਇੱਕ ਸਮੇਂ ਚੂਣਕ ਰਿਖੀ ਹੋਇਆ ਹੈ, ਸਾਧ ਸੰਗਤ ਬੜਾ ਹੀ ਸੰਤੋਖੀ ਰਿਖੀ ਸੀ। ਇਸ ਦੇ ਘਰ ਅੰਦਰ ਇਹ ਆਪ, ਇਸ ਦੀ ਸੁਪਤਨੀ, ਇਸ ਦਾ ਪੁੱਤਰ ਅਤੇ ਨੂੰਹ, ਇਹ 4 ਜੀ ਰਹਿੰਦੇ ਸਨ। ਅਤੇ ਇਸ ਦਾ ਰਿਖੀ ਦਾ ਇਹ ਨਿਯਮ ਸੀ ਕਿ ਜੋ ਹਰ ਰੋਜ਼ ਜੋ ਵੀ ਅੰਨ ਪ੍ਰਸ਼ਾਦਾ ਪੱਕਦਾ ਹੈ ਉਸ ਦਾ 5ਵਾਂ ਹਿੱਸਾ ਉਹ ਪਰਮੇਸ਼ਰ ਵਾਸਤੇ ਵੱਖਰਾ ਕੱਢਦੇ ਸਨ ਅਤੇ ਜੋ ਉਹਨਾਂ ਦੇ ਦਰ ਤੇ ਆਉਂਦਾ ਸੀ ਉਹਨਾਂ ਨੂੰ ਛਕਾ ਕੇ ਅਤੇ ਉਸ ਤੋਂ ਬਾਅਦ ਇਹ ਆਪ ਅੰਨ ਗ੍ਰਹਿਣ ਕਰਦੇ ਸਨ, ਛਕਦੇ ਸਨ। ਇੱਕ ਸਮੇਂ ਐਸਾ ਸਮਾਂ ਬਣਿਆ, ਸਾਧ ਸੰਗਤ ਇਹਨਾਂ ਦੇ ਘਰ
ਕਾਲ ਪੈ ਗਿਆ, ਦੇਸ਼ ਦੇ ਅੰਦਰ ਮਾਫ ਕਰਨਾ ਕਾਲ ਪੈ ਗਿਆ, ਜੋ ਅੰਨ ਪਾਣੀ ਲੱਭਣਾ ਬਹੁਤ ਔਖਾ ਹੋ ਗਿਆ। ਤਾਂ ਇਸ ਸਮੇਂ ਜਿੰਨਾ ਵੀ ਆਟਾ ਸੀ ਥੋੜਾ ਬਹੁਤ ਇਹਨਾਂ ਦੇ ਘਰ ਇਹਨਾਂ ਨੇ 5 ਪ੍ਰਸ਼ਾਦੇ ਉਸ ਦੇ ਤਿਆਰ ਕੀਤੇ। 5 ਪ੍ਰਸ਼ਾਦੇ, 4 ਆਪਣੇ ਵਾਸਤੇ ਭਾਵ ਇੱਕ ਆਪਦੇ ਵਾਸਤੇ, ਇੱਕ ਆਪਣੀ ਪਤਨੀ, ਇੱਕ ਸਪੁੱਤਰ ਅਤੇ ਇੱਕ ਆਪਣੀ ਨੂੰਹ ਵਾਸਤੇ 4 ਪ੍ਰਸ਼ਾਦੇ, ਤੇ ਜੋ 5ਵਾਂ ਪ੍ਰਸ਼ਾਦਾ ਉਹ ਪਰਮੇਸ਼ਰ ਵਾਸਤੇ ਇਹਨਾਂ ਨੇ ਕੱਢਿਆ। ਤਾਂ ਇਹਨਾਂ ਨੇ ਅਰਦਾਸ ਕੀਤੀ ਕਿ ਹੇ ਪਰਮੇਸ਼ਰ, ਇਹ ਤੁਹਾਡੇ ਵਾਸਤੇ ਜੋ ਅੰਨ ਕੱਢਿਆ ਹੈ, ਅੰਨ ਜਲ ਕੱਢਿਆ ਹੈ, ਆਪ ਕਿਰਪਾ ਕਰੋ, ਆਪਣਾ ਕੋਈ ਸੇਵਕ ਭੇਜੋ ਤਾਂ ਜੋ ਅਸੀਂ ਉਸ ਨੂੰ ਛਕਾ ਕੇ ਤੇ ਆਪ ਅੰਨ ਗ੍ਰਹਿਣ ਕਰ ਸਕੀਏ। ਤੇ ਸਾਧ ਸੰਗਤ, ਪਰਮੇਸ਼ਰ ਨੇ ਵੀ ਇਹਨਾਂ ਦੇ ਸੰਤੋਖ ਦੀ ਪਰਖ ਕਰਨ ਵਾਸਤੇ ਆਪ ਭਿਖਾਰੀ ਦਾ ਰੂਪ ਧਾਰਨ ਕਰਕੇ, ਸਾਧੂ ਦਾ ਰੂਪ ਧਾਰਨ ਕਰਕੇ ਇਹਨਾਂ ਦੇ ਦਰ ਤੇ ਆਏ ਤਾਂ ਅੰਨ ਦੀ ਮੰਗ ਕੀਤੀ। ਤਾਂ ਉਸ ਸਮੇਂ ਇਸ ਰਿਖੀ ਨੇ ਉਹ ਇੱਕ ਪ੍ਰਸ਼ਾਦਾ ਜੋ ਸੀ 5ਵੇਂ ਹਿੱਸੇ ਦਾ, ਪਰਮੇਸ਼ਰ ਦੇ ਹਿੱਸੇ ਦਾ, ਉਸ ਨੂੰ ਛਕਾਉਣਾ ਕੀਤਾ। ਪਰ ਸਾਧੂ ਦੇ ਕਹਿਣ ਤੇ ਕਿ ਹੋਰ ਭੁੱਖ ਲੱਗੀ ਹੈ, ਇਸ ਨੇ ਆਪਣੇ ਵੰਡੇ ਦਾ ਵੀ ਜੋ ਪ੍ਰਸ਼ਾਦਾ ਹੈ ਉਸ ਨੂੰ ਦੇ ਦਿੱਤਾ। ਉਸ ਨੂੰ ਛਕਣ ਤੋਂ ਬਾਅਦ ਫਿਰ ਉਸ ਦੇ ਕਹਿਣ ਤੇ ਜੋ ਤੀਸਰਾ ਪ੍ਰਸ਼ਾਦਾ ਸੀਗਾ ਉਹ ਵੀ ਇਸ ਨੂੰ ਛਕਾ ਦਿੱਤਾ। ਇਸੇ ਪ੍ਰਕਾਰ ਜੋ 5 ਹੀ ਪ੍ਰਸ਼ਾਦੇ ਸੀ ਉਹ ਜੋ ਪਰਮਾਤਮਾ ਸਾਧੂ ਰੂਪ ਧਾਰਨ ਕਰਕੇ ਆਇਆ ਸੀ ਉਸ ਨੇ ਛਕ ਲਏ। ਤਾਂ ਇਹ ਪਰਮੇਸ਼ਰ ਨੇ ਦੇਖਿਆ ਕਿ ਇਹ ਸਾਰਾ ਅੰਨ ਜੋ ਇਹਨਾਂ ਦੇ ਘਰ ਪੱਕਿਆ ਸੀ ਸਾਰਾ ਹੀ ਦਾਨ ਕਰਕੇ ਤੇ ਹਜੇ ਵੀ ਇਹਨਾਂ ਨੇ ਸੰਤੋਖ ਧਾਰਨ ਕੀਤਾ ਹੈ। ਪਰਮਾਤਮਾ ਜੀਆਂ ਨੇ ਪ੍ਰਸੰਨ ਹੋ ਕਰਕੇ ਆਪਣਾ ਰੂਪ ਧਾਰਨ ਕਰਕੇ ਇਹਨਾਂ ਨੂੰ ਇਹ ਬਚਨ ਕਹੇ ਕਿ ਤੁਹਾਡੀ ਜੋ ਸੰਤੋਖ ਦੀ ਪਰਖ ਸੀ ਉਹ ਸੰਪੂਰਨ ਹੋਈ ਹੈ ਅਤੇ ਮੰਗੋ ਕੀ ਮੰਗਦੇ ਹੋ। ਤਾਂ ਸਾਧ ਸੰਗਤ ਉੱਥੇ ਵੀ ਚੂਣ ਕਰੀਖੀ ਨੇ ਸੰਤੋਖ ਹੀ ਧਾਰਨ ਕਰੀ ਰੱਖਿਆ ਆਪਣੀ ਮੰਗ ਦੇ ਅੰਦਰ, ਇਹ ਅਤੇ ਧਨ ਦੌਲਤ ਨਹੀਂ ਮੰਗਿਆ, ਉੱਥੇ ਵੀ ਸੰਤੋਖ ਦੇ ਅੰਦਰ ਰਹਿੰਦੇ ਹੋਏ ਇਸ ਨੇ ਸਤਿਗੁਰਾਂ ਦੀ ਬੰਦਗੀ, ਨਾਮ ਸਿਮਰਨ ਅਤੇ ਭਗਤੀ ਦੀ ਦਾਤ ਮੰਗੀ। ਸਾਧ ਸੰਗਤ ਜੀ ਅਜਿਹੇ ਹੁੰਦੇ ਹਨ ਸੰਤੋਖੀ। ਸਤਿਗੁਰਾਂ ਦੀ ਗੁਰਬਾਣੀ ਅੰਦਰ ਵੀ ਸਤਿਗੁਰਾਂ ਦਾ ਫਰਮਾਨ ਹੈ, ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੈ ਸੇ। ਕਿ ਜੋ ਗ੍ਰਸਥ ਧਰਮ ਅੰਦਰ ਜੇਕਰ ਆਪਾਂ ਹਾਂ ਤਾਂ ਆਪਾਂ ਨੂੰ ਕਾਲ ਖਾਏ ਤੇ ਕਿਛ ਹੱਥੋਂ ਦੇ, ਕਿ ਹੱਥੋਂ ਦੇ ਕੇ ਸ਼ੁਕਰ ਮਨਾਉਣਾ ਚਾਹੀਦਾ ਹੈ। ਭਾਵ ਵੰਡ ਕੇ ਛਕਣ ਦੀ ਜੋ ਪਿਰਤ ਸਤਿਗੁਰਾਂ ਨੇ ਸਿੱਖਾਂ ਦੇ ਅੰਦਰ ਪਾਈ ਹੈ, ਜੋ ਪਰਪਾਟੀ ਚਲਾਈ ਹੈ ਸਾਧ ਸੰਗਤ, ਇਹ ਸਤਿਗੁਰੂ ਕਿਰਪਾ ਕਰ ਰਹੇ ਹਨ। ਭਗਤ ਕਬੀਰ ਸਾਹਿਬ ਜੀ ਦਾ ਫਰਮਾਨ ਆਉਂਦਾ ਹੈ ਨਾ, ਕਬੀਰ ਜੋ ਗ੍ਰਹਿ ਕਰੇ ਤਾਂ ਧਰਮ ਕਰ, ਨਾਹੀ ਤਾਂ ਕਰ ਬੈਰਾਗ। ਕਿ ਜੇਕਰ ਤੂੰ ਗ੍ਰਸਥ ਧਰਮ ਦੇ ਅੰਦਰ ਤੂੰ ਗ੍ਰਸਥ ਨੂੰ ਅਪਣਾਇਆ ਹੈ ਤਾਂ ਭਾਈ ਧਰਮ ਕਰ, ਤੈਨੂੰ ਧਰਮ ਦਾ ਕੰਮ ਕਰਨਾ ਚਾਹੀਦਾ। ਧਰਮ ਦਾ ਕੰਮ ਇਹੀ ਹੈ ਕਿ ਗ੍ਰਸਥੀ ਦਾ ਧਰਮ ਇਹੀ ਹੈ ਕਿ ਜੋ ਉਸ ਦੇ ਦਰਵਾਜ਼ੇ ਤੇ ਜੇਕਰ ਕੋਈ ਲੋੜਵੰਦ ਆਉਂਦਾ ਹੈ ਤਾਂ ਉਹ ਉਸ ਦੇ ਦਰ ਤੋਂ ਖਾਲੀ ਨਹੀਂ ਜਾਣਾ ਚਾਹੀਦਾ। ਇਹ ਸਤਿਗੁਰੂ ਇਸ ਪ੍ਰਕਾਰ ਫਰਮਾਉਂਦੇ ਹਨ ਕਿ ਤੁਹਾਨੂੰ ਅਜਿਹੇ ਜਤੀ, ਅਜਿਹੇ ਸਤੀਆਂ ਅਤੇ ਅਜਿਹੇ ਸੰਤੋਖੀ ਹੈ ਪਰਮੇਸ਼ਰ ਤੁਹਾਨੂੰ ਹੀ ਗਾ ਰਹੇ ਹਨ। ਗਾਵਣ ਤੁਧਨੋ ਵੀਰ ਕਰਾਰੇ, ਗਾਵਣ ਤੁਧਨੋ, ਹੇ ਪਰਮੇਸ਼ਰ ਤੁਹਾਨੂੰ ਗਾ ਰਹੇ ਹਨ ਵੀਰ, ਯੋਧੇ, ਸੂਰਬੀਰ, ਕਰਾਰੇ ਭਾਵ ਤਕੜੇ ਵੀਰ, ਸੂਰਬੀਰ ਯੋਧੇ ਇਹ ਹਨ ਜੋ ਹਨ ਜੰਗਾਂ ਯੁੱਧਾਂ ਕਰਨ ਵਾਲੇ, ਕਰ ਆਰੇ ਜਿਨ੍ਹਾਂ ਦੇ ਕਰ ਦੇ ਅੰਦਰ ਆਰੇ ਫੜੇ ਹੋਏ ਹਨ, ਭਾਵ ਆਰਿਆਂ ਰੂਪ ਸ਼ਸਤਰ ਫੜੇ ਹੋਏ ਹਨ। ਅਜਿਹੇ ਜੋ ਵੀਰ ਕਰਾਰੇ ਹਨ, ਤਕੜੇ ਯੋਧੇ ਹਨ, ਇਹ ਪਰਮੇਸ਼ਰ ਤੁਹਾਨੂੰ ਗਾ ਰਹੇ ਹਨ। ਸਾਧ ਸੰਗਤ ਜੀ ਜੋ 52 ਵੀਰਾਂ ਦਾ ਜ਼ਿਕਰ ਆਇਆ ਹੈ, ਇਹ ਸਾਧ ਸੰਗਤ ਜੋ ਜਿਸ ਸਮੇਂ ਬਾਬਾ ਬੰਦਾ ਸਿੰਘ ਬਹਾਦਰ ਮਾਧੋਦਾਸ ਬਿਰਾਗੀ ਦੇ ਰੂਪ ਵਿੱਚ ਸਨ, ਉਸ ਸਮੇਂ ਇਹ ਜੋ 52 ਵੀਰ ਸਨ ਮਾਧੋਦਾਸ ਬਿਰਾਗੀ ਨੇ ਆਪਣੇ ਵਸ ਵਿੱਚ ਕੀਤੇ ਹੋਏ ਸਨ। ਜਿਸ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਇਸ ਦੇ ਡੇਰੇ ਤੇ ਪਹੁੰਚੇ ਤਾਂ ਇਹ ਜੰਗਲ ਵਿੱਚ ਸੀ। ਤਾਂ ਇਸ ਨੇ ਉਸ ਸਮੇਂ ਆਪਣੇ 52 ਵੀਰਾਂ ਨੂੰ ਹੁਕਮ ਕਰਕੇ ਘੱਲਿਆ ਸੀ ਤਾਂ ਜੋ ਵਸ ਵਿੱਚ ਜੋ ਸੀਗੇ ਇਸ ਦੇ ਕਿ ਸਤਿਗੁਰਾਂ ਦਾ ਨੁਕਸਾਨ ਕਰੋ। ਪਰ ਇਹ 52 ਵੀਰਾਂ ਦਾ ਵੀ ਉੱਥੇ ਵਸ ਸਤਿਗੁਰਾਂ ਅੱਗੇ ਨਹੀਂ ਚੱਲਿਆ। ਅਤੇ ਇਸੇ ਪ੍ਰਕਾਰ ਜਿਸ ਸਮੇਂ ਮਾਧੋਦਾਸ ਬੈਰਾਗੀ ਆਪ ਸਤਿਗੁਰਾਂ ਦੇ ਹਜ਼ੂਰ ਆਇਆ, ਸਤਿਗੁਰਾਂ ਦੇ ਦਰਸ਼ਨ ਕੀਤੇ ਤਾਂ ਉਸ ਸਮੇਂ ਸਤਿਗੁਰਾਂ ਦੇ ਚਰਨੀ ਢਹਿ ਪਿਆ। ਤਾਂ ਸਤਿਗੁਰਾਂ ਨੇ ਇਸ ਨੂੰ ਆਪਣਾ ਬੰਦਾ ਸਿੰਘ ਬਣਾ ਕੇ ਸਰਹੰਦ ਫਤਿਹ ਕਰਨ ਤੋਰਿਆ ਸੀਗਾ। ਸੋ ਇਸੇ ਪ੍ਰਕਾਰ ਜੋ ਵੀਰ ਹਨ 52 ਵੀਰ ਅਤੇ ਤਕੜੇ ਯੋਧੇ ਹਨ, ਇਹ ਪਰਮੇਸ਼ਰ ਤੁਹਾਨੂੰ ਹੀ ਗਾ ਰਹੇ ਹਨ। ਗਾਵਣ ਤੁਧਨੋ ਪੰਡਤ ਪੜਨ ਰਖੀਸਰ, ਜੁਗ ਜੁਗ ਵੇਦਾਂ ਨਾਲੇ। ਗਾਵਣ ਤੁਧਨੋ, ਹੇ ਪਰਮੇਸ਼ਰ ਤੁਹਾਨੂੰ ਗਾ ਰਹੇ ਹਨ ਪੰਡਿਤ, ਜਿਹੜੇ ਪੰਡਿਤ ਲੋਕ ਹਨ, ਜਿਹੜੇ ਵੇਦਾਂ ਦੀ ਗ੍ਰੰਥਾਂ ਦੀ ਵਿਚਾਰ ਕਰ ਕਰਕੇ ਲੋਕਾਂ ਨੂੰ ਸੁਣਾਉਂਦੇ ਹਨ, ਉਹ ਪੰਡਿਤ ਤੁਹਾਨੂੰ ਗਾ ਰਹੇ ਹਨ। ਪੜਨ
ਪੜ੍ਹਨ। ਜੋ ਪੰਡਿਤਾਂ ਦੇ ਗਾਂ ਵਿਦਿਆਰਥੀ ਹਨ, ਜੋ ਪੰਡਿਤਾਂ ਪਾਸ ਪੜ੍ਹਦੇ ਹਨ, ਉਹ ਵੀ ਤੁਹਾਨੂੰ ਗਾ ਰਹੇ ਹਨ। ਅਤੇ ਰਖੀਸੁਰ ਜਿਹੜੇ ਰਿਖੀ ਲੋਕ ਹਨ, ਇਹ ਪਰਮੇਸ਼ਰ, ਉਹ ਵੀ ਤੁਹਾਨੂੰ ਗਾ ਰਹੇ ਹਨ। ਜੁਗ ਜੁਗ ਵੇਦਾਂ ਨਾਲੇ, ਜੋ ਜੁਗਾਂ ਜੁਗਾਂ ਦੇ ਵੇਦਾਂ ਦੀ ਮਹਿਮਾ ਦੇ ਨਾਲ, ਇਹ ਪਰਮੇਸ਼ਰ, ਇਹ ਪੰਡਿਤ ਲੋਕ, ਇਹ ਪੜ੍ਹਨ ਵਾਲੇ ਵਿਦਿਆਰਥੀ ਅਤੇ ਰਿਖੀ ਲੋਕ, ਇਹ ਪਰਮੇਸ਼ਰ ਤੁਹਾਨੂੰ ਹੀ ਗਾ ਰਹੇ ਹਨ। ਗਾਵਣ ਤੁਧਨੋ ਮੋਹਣੀਆਂ ਮਨ ਮੋਹਣ ਸੁਰਗ ਮਛ ਪਿਆਲੇ। ਗਾਵਣ ਤੁਧਨੋ, ਹੇ ਪਰਮੇਸ਼ਰ, ਤੁਹਾਨੂੰ ਗਾ ਰਹੀਆਂ ਹਨ ਮੋਹਣੀਆਂ, ਮਨ ਨੂੰ ਮੋਹ ਲੈਣ ਵਾਲੀਆਂ, ਜੋ ਸੁਰਗ ਭਾਵ ਸੁਰਗ ਲੋਕ ਦੀਆਂ ਅਪਛਰਾਵਾਂ ਹਨ। ਮੱਛ ਭਾਵ ਜੋ ਮਾਤ ਲੋਕ ਦੀਆਂ ਪਦਮਣੀਆਂ, ਚਿਤਰਨੀਆਂ ਆਦਿਕ ਹਨ। ਅਤੇ ਪਿਆਲੇ, ਜੋ ਪਿਆਲ ਲੋਕ ਦੀਆਂ ਨਾਗਣੀਆਂ ਹਨ, ਸਾਰੀਆਂ ਹੀ ਹੈ ਪਰਮੇਸ਼ਰ, ਜੋ ਮਨ ਨੂੰ ਮੋਹ ਲੈਣ ਵਾਲੀਆਂ ਹਨ, ਇਹ ਸਾਰੀਆਂ ਹੀ ਪਰਮੇਸ਼ਰ ਤੁਹਾਨੂੰ ਗਾ ਰਹੀਆਂ ਹਨ। ਜੋ ਪਛਤਾਵਾ ਕਰ ਰਹੀਆਂ ਹਨ ਕਿ ਅਸੀਂ ਫਲਾਣੇ ਦਾ ਜਾਤ ਭੰਗ ਕਰ ਦਿੱਤਾ, ਜਾਤ ਸਤ ਤੋੜ ਦਿੱਤਾ, ਇਹ ਪਰਮੇਸ਼ਰ ਇਸ ਪ੍ਰਕਾਰ ਉਹ ਪਛਤਾਵੇ ਅੰਦਰ ਤੁਹਾਨੂੰ ਹੀ, ਤੁਹਾਡਾ ਹੀ ਗੁਣ ਗਾਇਨ ਕਰ ਰਹੀਆਂ ਹਨ। ਗਾਵਣ ਤੁਧਨੋ ਰਤਨ ਉਪਾਏ ਤੇਰੇ। ਗਾਵਣ ਤੁਧਨੋ, ਹੇ ਪਰਮੇਸ਼ਰ, ਤੁਹਾਨੂੰ ਗਾ ਰਹੇ ਹਨ ਰਤਨ, ਜਿਹੜੇ ਰਤਨ ਜਵਾਹਰ ਚਮਕੀਲੇ ਜੌਹਰ ਮੋਤੀ ਹਨ, ਜੋ ਉਪਾਏ ਤੇਰੇ, ਜੋ ਪਰਮੇਸ਼ਰ ਤੁਸੀਂ ਹੀ ਪੈਦਾ ਕੀਤੇ ਹਨ, ਇਹ ਤੁਹਾਡੇ ਹੀ ਪੈਦਾ ਕੀਤੇ ਹੋਏ ਰਤਨ ਤੁਹਾਨੂੰ ਇਸ ਪ੍ਰਕਾਰ ਗਾ ਰਹੇ ਹਨ ਕਿ ਇਤਨੀ ਸੁੰਦਰ ਇਹਨਾਂ ਦੀ ਬਣਾਵਟ, ਇੰਨੀ ਚਮਕ ਹੈ, ਇਹ ਇਤਨੇ ਸੁੰਦਰ ਲੱਗਦੇ, ਮਨ ਨੂੰ ਮੋਹਦੇ ਹਨ। ਤਾਂ ਇਹ ਸਾਧ ਸੰਗਤ, ਜਿਹੜਾ ਇਹਨਾਂ ਨੂੰ ਬਣਾਉਣ ਵਾਲਾ ਪਰਮੇਸ਼ਰ ਹੈ, ਉਹ ਕਿਤਨਾ ਅਸਚਰਜ, ਕਿਤਨਾ ਸੁੰਦਰ ਹੋਵੇਗਾ, ਇਸ ਪ੍ਰਕਾਰ ਇਹ ਪਰਮੇਸ਼ਰ ਦੀ ਉਪਮਾ ਨੂੰ ਬਿਆਨ ਕਰਕੇ ਤੁਹਾਨੂੰ ਗਾ ਰਹੇ ਹਨ। 860 ਤੀਰਥ ਨਾਲੇ। 860 ਤੋਂ ਭਾਵ 8 ਜੋੜ 60 ਭਾਵ 68, ਜੋ ਪੁਰਾਣਾ ਅੰਦਰ ਇਹ ਜ਼ਿਕਰ ਆਇਆ ਹੈ 68 ਤੀਰਥਾਂ ਦਾ, ਜਿੱਥੇ ਜਾ ਕਰਕੇ ਹਿੰਦੂ ਮਤ ਦੇ ਲੋਕ ਇਸ਼ਨਾਨ ਕਰਕੇ ਆਪਣੇ ਆਪ ਨੂੰ ਪਵਿੱਤਰ ਹੋਇਆ ਮੰਨਦੇ ਹਨ। ਇਹ ਜੋ 68 ਤੀਰਥ ਹਨ, ਇਹ ਵੀ ਹੈ ਪਰਮੇਸ਼ਰ ਤੁਹਾਨੂੰ ਹੀ ਗਾ ਰਹੇ ਹਨ। ਗਾਵਣ ਤੁਧਨੋ ਜੋਧ ਮਹਾਬਲ ਸੂਰਾ। ਗਾਵਣ ਤੁਧਨੋ, ਤੁਹਾਨੂੰ ਗਾ ਰਹੇ ਹਨ ਹੇ ਪਰਮੇਸ਼ਰ ਜੋਧ ਭਾਵ ਯੋਧੇ। ਉਹ ਯੋਧਾ ਉਹ ਹੁੰਦਾ ਹੈ ਰਥੀ ਸੂਰਮਾ, ਜੋ 1000 ਦੇ ਨਾਲ ਜੰਗ ਕਰਕੇ ਤੇ ਉਸ ਦੇ ਉੱਪਰ ਫਤਿਹ ਪ੍ਰਾਪਤ ਕਰੇ। ਅਤੇ ਮਹਾਬਲੀ ਮਹਾਰਥੀ ਯੋਧਾ ਉਹ ਹੁੰਦਾ ਹੈ ਸਾਧ ਸੰਗਤ, ਜੋ 10,000 ਦੇ ਨਾਲ ਜੰਗ ਕਰਕੇ ਅਤੇ ਜਿੱਤ ਪ੍ਰਾਪਤ ਕਰੇ। ਅਤੇ ਸੂਰਾ ਉਹ ਹੁੰਦਾ ਹੈ ਜਿਸ ਨੂੰ ਅਤਰਥੀ ਵੀ ਕਿਹਾ ਜਾਂਦਾ ਹੈ, ਜਿਹੜਾ ਅਨੇਕਾਂ ਹੀ ਲੱਖਾਂ ਦੇ ਨਾਲ ਹੀ ਜੰਗ ਕਰਕੇ ਅਤੇ ਫਤਿਹ ਪ੍ਰਾਪਤ ਕਰੇ, ਉਸ ਨੂੰ ਸੂਰਾ ਕਿਹਾ ਜਾਂਦਾ ਹੈ। ਜੋ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਨੇ ਸੂਰਬੀਰਾਂ ਦਾ ਪੰਥ ਪ੍ਰਗਟ ਕੀਤਾ ਹੈ, ਜਿਸ ਸਮੇਂ ਸਤਿਗੁਰਾਂ ਨੇ ਅੰਮ੍ਰਿਤ ਛਕਾ ਕਰਕੇ ਸੂਰਬੀਰ ਯੋਧਾ ਖਾਲਸਾ ਪ੍ਰਗਟ ਕੀਤਾ। ਭਗਤ ਕਬੀਰ ਸਾਹਿਬ ਆਦੇ ਹਨ, ਕਬੀਰ ਸੂਰਾ ਸੋ ਪਹਿਚਾਨ, ਵਾਹਿਗੁਰੂ ਸੂਰਾ ਸੋ ਪਹਿਚਾਨੀਐ, ਜੋ ਲੜੈ ਦੀਨ ਕੇ ਹੇਤ, ਪੁਰਜਾ ਕੱਟ ਮਰੈ, ਕਬਹੂ ਨਾ ਛਾੜੈ ਖੇਤ। ਉਹ ਸੂਰੇ ਹਨ ਜੋ ਲੱਖਾਂ ਦੇ ਨਾਲ ਲੜਦੇ ਹਨ। ਹੇ ਪਰਮੇਸ਼ਰ, ਉਹ ਵੀ ਤੁਹਾਨੂੰ ਗਾ ਰਹੇ ਹਨ। ਯੋਧੇ ਹੁੰਦੇ ਹਨ ਜਿਨ੍ਹਾਂ ਨੇ ਕੁਸੰਗਤ ਦਾ ਤਿਆਗ ਕਰ ਲਿਆ ਅਤੇ ਸਤ ਸੰਗਤ ਦੇ ਵਿੱਚ ਆਉਣ ਕਰਕੇ ਸਤਿਗੁਰਾਂ ਦਾ ਜਸ ਗਾਉਂਦੇ ਹਨ। ਕੁਸੰਗਤ ਤੋਂ ਦੂਰ ਹੋ ਗਏ ਹਨ, ਮਾੜੀ ਸੰਗਤ ਤੋਂ ਉਹ ਯੋਧੇ ਹਨ। ਤੇ ਸਾਧ ਸੰਗਤ ਜੋ ਮਹਾਬਲੀ ਹਨ, ਉਹ ਹਨ ਜਿਨ੍ਹਾਂ ਨੇ ਆਪਦੀਆਂ ਇੰਦਰੀਆਂ ਨੂੰ ਕਾਬੂ ਵਿੱਚ ਕਰ ਲਿਆ, ਵਿਕਾਰਾਂ ਤੋਂ ਰੋਕ ਲਿਆ, ਉਹਨਾਂ ਨੂੰ ਮਹਾਬਲੀ ਕਿਹਾ ਜਾਂਦਾ ਹੈ। ਅਤੇ ਸੂਰਮੇ ਉਹ ਹੁੰਦੇ ਹਨ ਜੋ ਆਪਣੇ ਲੱਖਾਂ ਕਰੋੜਾਂ ਹੀ ਜੋ ਮਨ ਦੇ ਅੰਦਰ ਫੁਰਨੇ ਆਉਂਦੇ ਹਨ, ਖਿੰਨ ਦੇ ਅੰਦਰ। ਤਾਂ ਸਾਧ ਸੰਗਤ ਜਿਨ੍ਹਾਂ ਨੇ ਫੁਰਨਿਆਂ ਨੂੰ ਜਿੱਤ ਲਿਆ, ਫੁਰਨਿਆਂ ਨੂੰ ਰੋਕ ਲਿਆ, ਉਹਨਾਂ ਨੂੰ ਸੂਰੇ ਕਿਹਾ ਜਾਂਦਾ ਹੈ। ਇਸੇ ਪ੍ਰਕਾਰ ਤੁਹਾਨੂੰ ਗਾ ਰਹੇ ਹਨ ਯੋਧੇ, ਸਰੀਰਕ ਰੂਪ ਮਾਨਸਿਕ ਰੂਪ 'ਚ ਯੋਧੇ, ਮਹਾਬਲੀ ਅਤੇ ਸੂਰਮੇ ਹਨ, ਜਿਨ੍ਹਾਂ ਨੇ ਤਨ ਨੂੰ ਜੰਗਾਂ ਜਿੱਤੀਆਂ ਅਤੇ ਜਿਨ੍ਹਾਂ ਨੇ ਆਪਦੇ ਮਨ ਨੂੰ ਜਿੱਤਿਆ। ਇਹ ਪਰਮੇਸ਼ਰ ਸਾਰੇ ਹੀ ਤੁਹਾਡਾ ਗੁਣ ਗਾਇਨ ਕਰ ਰਹੇ ਹਨ। ਗਾਵਣ ਤੁਧਨੋ ਖਾਣੀ ਚਾਰੇ। ਗਾਵਣ ਤੁਧਨੋ, ਹੇ ਪਰਮੇਸ਼ਰ, ਤੁਹਾਨੂੰ ਗਾ ਰਹੇ ਹਨ ਖਾਣੀ ਚਾਰੇ, 4 ਖਾਣੀਆਂ, ਜੋ ਸੰਸਾਰ ਦੀ ਉਤਪਤੀ ਦੀਆਂ 4 ਖਾਣੀਆਂ, 4 ਰਸਤੇ ਬਣੇ ਹਨ। ਅੰਡਜ, ਜੇਰਜ, ਉਤਪੁਜ ਅਤੇ ਸਵੇਤਜ। ਸਤਿਗੁਰੂ ਗੁਰਬਾਣੀ ਅੰਦਰ ਫਰਮਾਉਂਦੇ ਹਨ, ਜੋ ਅੰਡਜ ਜਿਹੜੇ ਪੰਛੀ ਅਤੇ ਜੀਵ ਆਂਡਿਆਂ ਤੋਂ ਪੈਦਾ ਹੁੰਦੇ ਹਨ, ਅੰਡਜ, ਅਤੇ ਜੇਰਜ ਜਿਹੜੇ ਜੇਰ ਤੋਂ ਪੈਦਾ ਹੁੰਦੇ ਹਨ, ਭਾਵ ਜੋ ਜੀਵ ਹਨ ਮਨੁੱਖ ਅਤੇ ਜਾਨਵਰ। ਉਤਪੁਜ ਤੋਂ ਭਾਵ ਜੋ ਧਰਤੀ ਵਿੱਚ ਉਪਜਦੇ ਹਨ, ਰੁੱਖ ਬਿਰਖ ਆਦਿਕ ਉਤਪੁਜ। ਅਤੇ ਸਵੇਤਜ ਜੋ
ਮੁੜ ਕੇ ਤੋਂ ਪਸੀਨੇ ਤੋਂ ਪੈਦਾ ਹੁੰਦੇ ਹਨ ਜੂਆਂ ਕੀਟ ਆਦਿਕ ਕੀਟਾਣੂ ਆਦਿਕ ਇਹ ਜੋ ਸਵੇਤਜ ਹਨ ਇਹ ਚਾਰੇ ਹੀ ਖਾਣੀਆਂ ਦੇ ਜੋ ਜੀਵ ਹਨ ਇਹ ਪਰਮੇਸ਼ਰ ਤੁਹਾਨੂੰ ਹੀ ਗਾ ਰਹੇ ਹਨ। ਗਾਵਣ ਤੁਧਨੋ ਖੰਡ ਮੰਡਲ ਬ੍ਰਹਮੰਡਾ। ਗਾਵਣ ਤੁਧਨੋ ਹੇ ਪਰਮੇਸ਼ਰ ਤੁਹਾਨੂੰ ਗਾ ਰਹੇ ਹਨ ਖੰਡ। ਖੰਡ ਤੋਂ ਭਾਵ ਧਰਤੀ ਨੂੰ ਸਾਧ ਸੰਗਤ 4 ਖੰਡਾਂ ਦੇ ਅੰਦਰ ਵੰਡਿਆ ਗਿਆ ਹੈ ਜਿਸ ਪ੍ਰਕਾਰ ਭਾਰਤ ਖੰਡ ਆਦਿਕ ਹੈ। ਅਤੇ ਮੰਡਲ, ਮੰਡਲ ਤੋਂ ਭਾਵ ਦੇਸ਼, ਦੇਸ਼ਾਂ ਦੇ ਨਾਮ, ਦੇਸ਼ਾਂ ਨੂੰ ਮੰਡਲ ਕਿਹਾ ਗਿਆ ਹੈ। ਅਤੇ ਬ੍ਰਹਮੰਡਾ ਸਾਧ ਸੰਗਤ ਬ੍ਰਹਿਮੰਡ ਨੂੰ ਕਹਿੰਦੇ ਹਨ ਜਿਸ ਨੂੰ ਅੰਗਰੇਜ਼ੀ ਦੇ ਅੰਦਰ ਯੂਨੀਵਰਸ ਕਿਹਾ ਜਾਂਦਾ ਹੈ। ਇਹ ਸਾਰੇ ਹੀ ਪਰਮੇਸ਼ਰ ਹੈ ਖੰਡ ਮੰਡਲ ਦੇਸ਼ ਦੇਸ਼ਾਂਤਰ ਅਤੇ ਜੋ ਬ੍ਰਹਿਮੰਡ ਹਨ ਅਨੇਕਾਂ ਹੀ ਸਤਿਗੁਰਾਂ ਨੇ ਉਪਜਾਏ। ਹੇ ਪਰਮੇਸ਼ਰ ਤੁਹਾਨੂੰ ਹੀ ਗਾ ਰਹੇ ਹਨ। ਕਰ ਕਰ ਰੱਖੇ ਤੇਰੇ ਧਾਰੇ। ਕਰ ਕਰ ਕਰਕੇ ਅਤੇ ਤੁਹਾਡੇ ਕੀਤੇ ਹੋਏ ਜੋ ਹਨ ਉਤਪਤੀ ਹੈ ਪਰਮੇਸ਼ਰ ਤੁਸੀਂ ਕੀਤੀ ਹੈ। ਰੱਖੇ ਤੇਰੇ ਧਾਰੇ ਅਤੇ ਤੁਹਾਡੇ ਆਸਰੇ ਤੇ ਹੀ ਤੁਸੀਂ ਆਪਦੇ ਆਸਰੇ ਤੇ ਹੀ ਤੁਸੀਂ ਉਹਨਾਂ ਨੂੰ ਟਿਕਾਇਆ ਹੋਇਆ ਹੈ। ਖੰਡਾਂ ਨੂੰ, ਮੰਡਲਾਂ ਨੂੰ, ਬ੍ਰਹਿਮੰਡਾਂ ਨੂੰ ਤੁਸੀਂ ਆਪਦੇ ਆਸਰੇ ਤੇ ਬਣਾ ਕੇ ਤੇ ਆਪਣੇ ਆਸਰੇ ਤੇ ਹੀ ਟਿਕਾਇਆ ਹੈ। ਅਜਿਹੇ ਜੋ ਹਨ ਇਹ ਤੁਹਾਨੂੰ ਹੀ ਗਾ ਰਹੇ ਹਨ। ਸਈ ਤੁਧਨੋ ਗਾਵਣ ਜੋ ਤੁਧ ਭਾਵਨ। ਸਈ ਤੁਧਨੋ ਹੇ ਪਰਮੇਸ਼ਰ ਉਹੀ ਤੁਹਾਨੂੰ ਗਾਉਂਦੇ ਹਨ ਜੋ ਤੁਧ ਭਾਵਨ, ਜਿਨ੍ਹਾਂ ਦੀ ਭਾਵਨਾ ਸ਼ਰਧਾ ਹੈ ਪਰਮੇਸ਼ਰ ਤੁਹਾਨੂੰ ਪਸੰਦ ਆ ਜਾਂਦੀ ਹੈ, ਤੁਹਾਨੂੰ ਭਾ ਜਾਂਦੀ ਹੈ, ਉਹੀ ਤੁਹਾਨੂੰ ਗਾ ਸਕਦੇ ਹਨ। ਅਥਵਾ ਜੋ ਤੁਧ ਭਾਵਨ ਜੋ ਤੁਹਾਨੂੰ ਚੰਗੇ ਲੱਗਦੇ ਹਨ ਉਹੀ ਗਾਉਂਦੇ ਹਨ, ਉਹੀ ਗਾ ਸਕਦੇ ਹਨ, ਹੋਰ ਕੋਈ ਤੁਹਾਨੂੰ ਗਾ ਨਹੀਂ ਸਕਦਾ। ਅਥਵਾ ਜੋ ਤੁਹਾਡੀ ਉਸਤਤੀ ਗਾਉਂਦੇ ਹਨ ਸੇ ਤੁਧਨੋ ਗਾਵਣ ਜੋ ਤੁਧ ਭਾਵਨ ਜੋ ਗਾਉਂਦੇ ਹਨ ਉਹੀ ਤੁਹਾਨੂੰ ਚੰਗੇ ਲੱਗਦੇ ਹਨ। ਰੱਤੇ ਤੇਰੇ ਭਗਤ ਰਸਾਲੇ। ਰੱਤੇ ਭਾਵ ਮੱਤੇ ਹੋਏ ਤੇਰੇ ਭਗਤ ਜਿਹੜੇ ਤੁਹਾਡੇ ਭਗਤ ਹਨ। ਰਸਾਲੇ ਰਸ ਆਲੇ ਜੋ ਰਸ ਦਾ ਖਜ਼ਾਨਾ ਰੂਪ ਹੈ ਪਰਮੇਸ਼ਰ ਦਾ ਨਾਮ, ਉਸ ਦੇ ਅੰਦਰ ਜਿਹੜੇ ਭਗਤ ਹਨ ਤੁਹਾਡੇ ਉਹ ਰੱਤੇ ਹੋਏ ਤੁਹਾਨੂੰ ਨਾਮ ਦੇ ਰਸ ਅੰਦਰ ਮੱਤੇ ਹੋਏ ਉਹ ਤੁਹਾਨੂੰ ਗਾ ਰਹੇ ਹਨ। ਹੋਰ ਕੇਤੇ ਤੁਧਨੋ ਗਾਵਣ ਸੇ ਮੈਂ ਚਿਤ ਨ ਆਵਣ। ਹੋਰ ਕੇਤੇ ਤੁਧਨੋ ਗਾਵਣ ਹੋਰ ਅਨੇਕਾਂ ਹੀ ਜੋ ਨਾਵਾਂ ਥਾਵਾਂ ਤੋਂ ਬਿਨਾਂ ਨਾਵਾਂ ਥਾਵਾਂ ਤੋਂ ਰਹਿਤ ਹਨ ਉਹ ਤੁਹਾਨੂੰ ਗਾ ਰਹੇ ਹਨ। ਸੇ ਮੈਂ ਚਿਤ ਨਾ ਆਵਣ ਸਤਿਗੁਰੂ ਨਾਨਕ ਮਹਾਰਾਜ ਕਹਿੰਦੇ ਹਨ ਉਹ ਮੇਰੇ ਚੇਤੇ ਵਿੱਚ ਨਹੀਂ ਆਉਂਦੇ, ਇੰਨੇ ਹੀ ਉਹ ਬੇਅੰਤ ਹਨ। ਭਾਵ ਜੋ ਜਿਨ੍ਹਾਂ ਦੇ ਨਾਮ ਹਨ, ਜਿਨ੍ਹਾਂ ਦੀਆਂ ਥਾਵਾਂ ਹਨ ਉਹ ਤਾਂ ਸਤਿਗੁਰਾਂ ਨੇ ਅੱਗੇ ਫਰਮਾ ਦਿੱਤੇ ਹਨ, ਪਰ ਸਤਿਗੁਰੂ ਫਰਮਾਉਂਦੇ ਹਨ ਕਿ ਜਿਨ੍ਹਾਂ ਦਾ ਕੋਈ ਨਾਮ ਹੀ ਨਹੀਂ, ਜਿਨ੍ਹਾਂ ਨੂੰ ਥਾਂ ਵੀ ਨਹੀਂ, ਅਜਿਹੇ ਸੂਖਮ ਜੀਵ ਵੀ ਹਨ ਉਹ ਵੀ ਹੈ ਪਰਮੇਸ਼ਰ ਬੇਅੰਤ ਹਨ, ਤੁਹਾਨੂੰ ਗਾ ਰਹੇ ਹਨ। ਨਾਨਕ ਕਿਆ ਵਿਚਾਰੇ। ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਉਹਨਾਂ ਦਾ ਕੀ ਵਿਚਾਰ ਕਰੀਏ ਕਿਉਂਕਿ ਗਾਉਣ ਵਾਲੇ ਅਣਗਿਣਤ ਹੀ ਬੇਅੰਤ ਹੀ ਹਨ, ਉਹਨਾਂ ਦਾ ਕੋਈ ਵਿਚਾਰ ਕਰਕੇ ਦੱਸੀ ਨਹੀਂ ਜਾ ਸਕਦੀ। ਸੋਈ ਸੋਈ ਸਦਾ ਸੱਚ ਸਾਹਿਬ। ਸੋਈ ਸੋਈ ਉਹ ਪਰਮੇਸ਼ਰ ਸੋਈ ਭਾਵ ਬੀਤੇ ਹੋਏ ਸਮੇਂ ਵਿੱਚ ਵੀ ਉਹੀ ਪਰਮੇਸ਼ਰ ਸੀਗਾ, ਸੱਚਾ ਸੀਗਾ। ਅਤੇ ਸੋਈ ਜੋ ਹੁਣ ਸਮਾਂ ਚੱਲ ਰਿਹਾ ਹੈ ਵਰਤਮਾਨ ਦੇ ਅੰਦਰ ਉਹੀ ਪਰਮੇਸ਼ਰ ਸੱਚਾ ਹੈ ਅਤੇ ਪ੍ਰਤੱਖ ਹੈ ਅਤੇ ਸਦਾ ਸੱਚ। ਅਤੇ ਆਉਣ ਵਾਲੇ ਸਮੇਂ ਵਿੱਚ ਵੀ ਸਦਾ ਉਹ ਪਰਮੇਸ਼ਰ ਭੂਤ ਕਾਲ, ਵਰਤਮਾਨ ਅਤੇ ਭਵਿੱਖਤ ਕਾਲ ਤਿੰਨਾਂ ਕਾਲਾਂ ਦੇ ਵਿੱਚ ਉਹ ਪਰਮੇਸ਼ਰ ਸੱਚਾ ਸਦਾ ਸਥਿਰ ਹੈ। ਅਤੇ ਸਾਹਿਬ ਉਹ ਸਾਰੇ ਹੀ ਜੀਵਾਂ ਦਾ ਜੋ ਮਾਲਕ ਰੂਪ ਪਰਮੇਸ਼ਰ ਹੈ ਉਹ ਸਦਾ ਹੀ ਵਿਆਪਕ ਸੱਚਾ ਹੈ। ਸਾਚਾ ਸਾਚੀ ਨਾਈ। ਉਹ ਆਪ ਵੀ ਸੱਚਾ ਹੈ, ਸਾਚਾ ਅਤੇ ਸਾਚੀ ਨਾਈ ਉਸ ਦਾ ਜਿਹੜਾ ਨਾਮ ਹੈ ਉਹ ਵੀ ਸਦਾ ਹੀ ਸੱਚਾ ਹੈ, ਸਦਾ ਹੀ ਸਥਿਰ ਰਹਿਣ ਵਾਲਾ ਹੈ। ਹੈ ਪੀ ਹੋਸੀ ਜਾਏ ਨ ਜਾਸੀ। ਹੈ ਉਹ ਪਰਮੇਸ਼ਰ ਹੁਣ ਵੀ ਹੈ ਵਰਤਮਾਨ ਦੇ ਅੰਦਰ। ਭੀ ਉਹ ਪਰਮੇਸ਼ਰ ਬੀਤ ਚੁੱਕੇ ਸਮੇਂ ਵਿੱਚ ਵੀ ਸੀ, ਉਹ ਹੈ ਸੀ। ਅਤੇ ਹੋਸੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹੀ ਪਰਮੇਸ਼ਰ ਹੋਵੇਗਾ। ਜਾਏ ਨਾ ਜਾਸੀ ਅਤੇ ਜਾਏ ਭਾਵ ਜੰਮਿਆ ਨਹੀਂ, ਉਹ ਪਰਮੇਸ਼ਰ ਜੰਮਦਾ ਨਹੀਂ, ਨਾ ਜਾਸੀ ਅਤੇ ਨਾ ਹੀ ਉਹ ਪਰਮੇਸ਼ਰ ਮਰਦਾ ਹੈ, ਕਿਸੇ ਦਾ ਮਾਰਿਆ ਮਰਦਾ ਹੈ। ਅਜਿਹਾ ਉਹ ਪਰਮੇਸ਼ਰ ਜੋ ਸੀ, ਜੋ ਹੁਣ ਵੀ ਹੈ, ਜੋ ਅੱਗੇ ਵੀ ਹੋਵੇਗਾ ਅਤੇ ਨਾ ਜੋ ਜੰਮਦਾ ਹੈ ਨਾ ਉਹ ਮਰਦਾ ਹੈ, ਐਸਾ ਉਹ ਪਰਮੇਸ਼ਰ ਹੈ। ਰਚਨਾ ਜਿਨ ਰਚਾਈ। ਜਿਸ ਪਰਮੇਸ਼ਰ ਨੇ ਐਸੀ ਅਦੁੱਤੀ ਰਚਨਾ, ਐਸੇ ਖੰਡ ਮੰਡਲ ਬ੍ਰਹਿਮੰਡ ਅਜਿਹੇ
ਚਿੱਤਰਗੁਪਤ, ਧਰਮਰਾਜੇ ਅਤੇ ਜੀਵ ਜੰਤੂ ਸੂਖਮ ਸਥੂਲ ਜਿਸ ਨੇ ਉਪਾ ਦਿੱਤੇ ਹਨ, ਅਜਿਹੀ ਰਚਨਾ ਰਚਾ ਦਿੱਤੀ ਹੈ। ਕੀਤਾ ਪਸਾਓ ਏਕੋ ਕਵਾਓ, ਇੱਕ ਵਾਰੀ ਵਿੱਚ ਹੀ ਸਾਰੇ ਜੀਵ ਜਿਸ ਨੇ ਪੈਦਾ ਕਰ ਦਿੱਤੇ ਹਨ, ਐਸਾ ਉਹ ਅਦੁੱਤੀ ਪਰਮੇਸ਼ਰ ਹੈ। ਰੰਗੀ ਰੰਗੀ ਭਾਤੀ ਕਰ ਕਰ, ਜਿਨਸੀ ਮਾਇਆ ਜਿਨਿ ਉਪਾਈ। ਰੰਗੀ ਰੰਗੀ ਭਾਵ ਵੱਖ ਵੱਖ ਰੰਗਾਂ ਦੀ, ਰੰਗ ਬਰੰਗਾਂ ਦੀ ਜੋ ਜਿਣਸ, ਜੋ ਜੀਵ ਨੇ ਪਰਮਾਤਮਾ ਨੇ ਜੋ ਸ੍ਰਿਸ਼ਟੀ ਰੰਗਾਂ ਰੰਗਾਂ ਦੀ ਸ੍ਰਿਸ਼ਟੀ ਪੈਦਾ ਕੀਤੀ ਹੈ ਆਪਦੀ ਮਾਇਆ ਦੇ ਨਾਲ, ਮਾਇਆ ਦੇ ਦੁਆਰਾ ਪਰਮੇਸ਼ਰ ਨੇ ਰੰਗਾਂ ਰੰਗਾਂ ਦੀ ਜੋ ਸ੍ਰਿਸ਼ਟੀ ਪੈਦਾ ਕੀਤੀ ਹੈ। ਅਤੇ ਭਾਂਤੀ ਕਰ ਕਰ ਜਿਨਸੀ, ਜਿਹੜੀ ਭਾਂਤ ਭਾਂਤ ਦੀਆਂ ਪਰਮੇਸ਼ਰ ਨੇ ਜੋ ਜਿਨਸਾਂ ਪੈਦਾ ਕਰ ਦਿੱਤੀਆਂ ਹਨ, ਜਿਸ ਪ੍ਰਕਾਰ ਘੋੜੇ, ਊਠ ਆਦਿਕ ਇਹਨਾਂ ਦੀਆਂ ਜਿਨਸਾਂ ਅਤੇ ਅਨਾਜ ਦੀਆਂ ਜੋ ਜਿਨਸਾਂ ਹੁੰਦੀਆਂ ਹਨ, ਇਸ ਪ੍ਰਕਾਰ ਭਾਂਤ ਭਾਂਤ ਦੀਆਂ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ। ਮਾਇਆ ਜਿਹਨੂੰ ਪਾਈ, ਮਾਇਆ ਦੇ ਦੁਆਰਾ ਜਿਸ ਪਰਮੇਸ਼ਰ ਨੇ ਇਹ ਰੰਗਾਂ ਰੰਗਾਂ ਦੀ ਸ੍ਰਿਸ਼ਟੀ ਅਤੇ ਭਾਂਤ ਭਾਂਤ ਦੀਆਂ ਜੋ ਜਿਨਸਾਂ ਹਨ, ਅਜਿਹੇ ਪਰਮੇਸ਼ਰ ਨੇ ਪੈਦਾ ਕੀਤੀਆਂ ਹਨ। ਕਰ ਕਰ ਦੇਖੈ ਕੀਤਾ ਆਪਣਾ। ਕਰ ਕਰ ਉਹ ਪਰਮੇਸ਼ਰ ਕਰਕੇ, ਉਤਪਤੀ ਕਰਕੇ ਅਤੇ ਹੁਣ ਪਾਲਣਾ, ਕਰ ਤੋਂ ਭਾਵ ਪਾਲਣਾ ਵੀ ਉਹ ਕਰ ਰਿਹਾ ਹੈ। ਦੇਖੈ ਦੇਖ ਰਿਹਾ ਹੈ, ਸੰਸਾਰ ਦੀ ਦੇਖ ਰੇਖ ਕਰ ਰਿਹਾ ਹੈ। ਕੀਤਾ ਆਪਣਾ, ਉਹ ਅਜਿਹਾ ਪਰਮੇਸ਼ਰ ਅਦੁੱਤੀ ਹੈ, ਆਪਣੇ ਕੀਤੇ ਹੋਏ ਦੀ ਆਪ ਉਤਪਤੀ ਕਰਕੇ ਅਤੇ ਉਸ ਦੀ ਦੇਖ ਰੇਖ ਆਪ ਹੀ ਸਾਂਭ ਸੰਭਾਲ ਕਰ ਰਿਹਾ ਹੈ। ਐਸਾ ਉਹ ਪਰਮੇਸ਼ਰ ਹੈ। ਜਿਉ ਤਿਸ ਦੀ ਵਡਿਆਈ। ਜਿਉਂ ਤਿਸ ਦੀ, ਜਿਵੇਂ ਉਸ ਪਰਮਾਤਮਾ ਦੀ ਵਡਿਆਈ ਭਾਵ ਮੌਜ, ਉਹ ਪਰਮੇਸ਼ਰ ਆਪਣੀ ਮੌਜ ਦਾ ਆਪ ਮਾਲਕ ਹੈ। ਜਿਵੇਂ ਉਸ ਦੀ ਵਡਿਆਈ, ਉਸ ਦੀ ਰਜਾ ਹੁੰਦੀ ਹੈ, ਉਸੇ ਹੀ ਪ੍ਰਕਾਰ ਉਹ ਆਪਣੀ ਮਰਜ਼ੀ ਅਨੁਸਾਰ ਕਰਦਾ ਹੈ। ਕਿਸੇ ਦੇ ਕਿਹਾ ਉਹ ਆਪਦਾ ਹੁਕਮ ਨਹੀਂ ਬਦਲਦਾ। ਜੋ ਤਿਸ ਭਾਵੈ ਸੋਈ ਕਰਸੀ। ਜੋ ਤਿਸ ਭਾਵੈ, ਜੋ ਉਹ ਪਰਮੇਸ਼ਰ ਨੂੰ ਭਾਵੈ ਭਾਵ ਪਸੰਦ ਹੁੰਦਾ ਹੈ, ਚੰਗਾ ਲੱਗਦਾ ਹੈ, ਸੋਈ ਕਰਸੀ, ਉਹੀ ਉਹ ਪਰਮੇਸ਼ਰ ਕਰਦਾ ਹੈ। ਹੋਰ ਕਿਸੇ ਜੀਵ ਦੇ ਉਹ ਸਾਧ ਸੰਗਤ ਜੀ, ਉਹ ਹੋਰ ਕਿਸੇ ਜੀਵ ਦੇ ਕਹੇ ਤੇ ਪਰਮੇਸ਼ਰ ਨਹੀਂ ਕੋਈ ਕਰਦਾ। ਉਹ ਜੋ ਉਸ ਨੂੰ ਚੰਗਾ ਲੱਗਦਾ ਹੈ ਉਹੀ ਉਹ ਪਰਮੇਸ਼ਰ ਕਰਦਾ ਹੈ। ਫਿਰ ਹੁਕਮ ਨਾ ਕਰਨਾ ਜਾਈ। ਫਿਰ ਹੁਕਮ ਨਾ ਕਰਨਾ ਜਾਈ, ਤੇ ਉਸ ਦੇ ਹੁਕਮ ਨੂੰ ਕੋਈ ਨਾ ਨਹੀਂ ਕਰ ਸਕਦਾ। ਨਾ ਕਰਨਾ ਜਾਈ, ਉਸ ਦੇ ਹੁਕਮ ਨੂੰ ਕੋਈ ਫੇਰ ਨਹੀਂ ਸਕਦਾ, ਉਸ ਨੂੰ ਨਾ ਨਹੀਂ ਕਹਿ ਸਕਦਾ ਕਿ ਪਰਮੇਸ਼ਰ ਤੇ ਸਾਨੂੰ ਇਹ ਤੇਰਾ ਹੁਕਮ ਪਸੰਦ ਨਹੀਂ, ਅਸੀਂ ਇਸ ਅਨੁਸਾਰ ਨਹੀਂ ਚੱਲਣਾ। ਜੀਵਾਂ ਨੂੰ ਉਸ ਅਨੁਸਾਰ ਕੀਤੇ ਕਰਮਾਂ ਦਾ ਭੋਗ ਭੋਗਣਾ ਹੀ ਪੈਂਦਾ ਹੈ। ਹੁਕਮ ਨਾ ਕਰਨਾ ਜਾਈ। ਇਸ ਪ੍ਰਕਾਰ ਸਤਿਗੁਰ ਫਰਮਾਉਂਦੇ ਹਨ, ਰਾਣਾ ਰਾਓ ਨਾ ਕੋ ਰਹਿ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਏ ਨਾ ਬੰਦੈ ਧੀਰ। ਇਹ ਆਪੋ ਆਪਣੀ ਵਾਰੀ ਜੋ ਸਤਿਗੁਰਾਂ ਦਾ ਜਿਸ ਸਮੇਂ ਹੁਕਮ ਹੋ ਗਿਆ ਜੀਵਾਂ ਦਾ ਜਨਮ ਹੁੰਦਾ ਹੈ, ਜਿਸ ਸਮੇਂ ਹੁਕਮ ਹੋ ਗਿਆ ਜੀਵਾਂ ਦਾ ਹਨਨ ਹੁੰਦਾ ਹੈ, ਉਹਨਾਂ ਦੀ ਮੌਤ ਹੋ ਜਾਂਦੀ ਹੈ। ਇਹ ਸਤਿਗੁਰਾਂ ਦਾ ਹੁਕਮ ਹੀ ਵਿਆਪਦਾ ਹੈ, ਉਸ ਦੇ ਹੁਕਮ ਨੂੰ ਕੋਈ ਮੋੜ ਨਹੀਂ ਸਕਦਾ। ਅਥਵਾ ਹੁਕਮ ਨਾ ਕਹਿਆ ਜਾਈ, ਉਸ ਪਰਮੇਸ਼ਰ ਨੂੰ ਕੋਈ ਹੁਕਮ ਨਹੀਂ ਕਰ ਸਕਦਾ ਕਿ ਤੂੰ ਪਰਮੇਸ਼ਰ ਇਸ ਤਰੀਕੇ ਨਾਲ ਕਰ ਜਾਂ ਇਸ ਤਰੀਕੇ ਨਾਲ ਨਾ ਕਰ, ਉਸ ਨੂੰ ਕੋਈ ਹੁਕਮ ਨਹੀਂ ਕਰ ਸਕਦਾ। ਐਸਾ ਉਹ ਪਰਮੇਸ਼ਰ ਹੈ। ਸੋ ਪਾਤ ਸਾਹੋ ਸਹਾਪਤ ਸਾਹਿਬ। ਸੋ ਪਾਤ ਸਾਹੋ, ਐਸਾ ਉਹ ਪਰਮੇਸ਼ਰ ਪਾਤਸ਼ਾਹਾਂ ਦਾ ਸਿਰ ਤੇ ਸੱਚਾ ਜੋ ਪਾਤਸ਼ਾਹ ਹੈ ਪਰਮੇਸ਼ਰ ਹੈ। ਸਾਹਾ, ਸਾਹਾ ਭਾਵ ਸਾਰਿਆਂ ਦਾ ਪਤੀ ਹੈ, ਅਤੇ ਸਾਹਿਬ ਪਤ ਸਾਹਿਬ ਜੋ ਸਭ ਦਾ ਪਰਮੇਸ਼ਰ, ਪਤ ਦਾ ਰਖਵਾਲਾ ਹੈ, ਪਤ ਦਾ ਮਾਲਕ ਹੈ ਸਾਰੇ ਹੀ ਜੀਵਾਂ ਦੀ। ਐਸਾ ਉਹ ਪਰਮੇਸ਼ਰ ਪਾਤਸ਼ਾਹੋ ਸਾਰਿਆਂ ਦੇ ਸਿਰ ਤੇ ਸੱਚਾ ਪਾਤਸ਼ਾਹ ਹੈ। ਨਾਨਕ ਰਹਿਣ ਰਜਾਈ। ਨਾਨਕ ਰਹਿਣ ਰਜਾਈ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਫਰਮਾਉਂਦੇ ਹਨ, ਹੇ ਪਰਮੇਸ਼ਰ ਐਸੀ ਕਿਰਪਾ ਦ੍ਰਿਸ਼ਟੀ ਕਰੋ ਕਿ ਅਸੀਂ ਵੀ ਤੁਹਾਡੀ ਰਜਾ ਅੰਦਰ, ਰਜਾ ਦੇ ਅੰਦਰ ਪ੍ਰਸੰਨ ਰਹੀਏ, ਤੇ ਅਸੀਂ ਵੀ ਤੁਹਾਡੀ ਰਜਾ ਦੇ ਅਨੁਸਾਰ ਆਪਣਾ ਜੀਵਨ ਬਸ਼ਰ ਕਰੀਏ। ਜਿਸ ਪ੍ਰਕਾਰ ਆਪ ਜੀ ਹੁਕਮ ਕਰਦੇ ਹੋ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉਠ ਹਰ ਨਾਮ ਧਿਆਏ। ਸਤਿਗੁਰੂ ਸਾਡੇ ਤੇ ਵੀ ਅਜਿਹੀ ਕਿਰਪਾ ਕਰੋ, ਸਾਨੂੰ ਅੰਮ੍ਰਿਤ ਵੇਲੇ ਦੇ ਇਸ਼ਨਾਨ ਬਖਸ਼ਿਸ਼ ਕਰਕੇ ਅਤੇ ਨਿਤਨੇਮ ਦੀਆਂ ਦਾਤਾਂ ਹੈ ਪਰਮੇਸ਼ਰ ਸਾਨੂੰ ਵੀ ਬਖਸ਼ੋ, ਅਸੀਂ ਤੁਹਾਡੀ ਬਖਸ਼ੇ ਹੋਏ ਹੁਕਮ ਤੁਹਾਡੀ ਰਜਾ ਵਿੱਚ ਚੱਲ ਸਕੀਏ। ਐਸੇ ਪਰਮੇਸ਼ਰ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਉਸ ਪਰਮੇਸ਼ਰ ਦੇ ਸਨਮੁਖ ਹੋ ਕਰਕੇ ਪਰਮੇਸ਼ਰ ਦੀ ਉਸਤਤੀ ਅੰਦਰ ਸਤਿਗੁਰਾਂ ਨੇ ਇਹ ਸੋਦਰ ਦਾ ਜੋ ਸ਼ਬਦ ਹੈ ਇਹ ਸਤਿਗੁਰਾਂ ਨੇ ਉਚਾਰਨ ਕੀਤਾ ਹੈ। ਤੇ ਸਾਧ ਸੰਗਤ ਜੀ ਹੁਣ ਸਮਾਂ ਥੋੜ੍ਹਾ ਹੈ, ਸੋ ਬਾਕੀ ਦੇ ਵਿਚਾਰ ਆਪਾਂ ਕੱਲ੍ਹ ਨੂੰ ਕਰਾਂਗੇ। ਜੋ ਸੋਦਰ ਸ਼ਬਦ ਤੋਂ ਪਹਿਲਾਂ ਗੁਰਸਿੱਖ ਜੋ ਰਹਿਰਾਜ ਸਾਹਿਬ ਦੇ ਅੰਦਰ ਉਸ ਤੋਂ ਪਹਿਲਾਂ ਦੋ ਸ਼ਬਦ ਹੋਰ ਆਉਂਦੇ ਹਨ।
ਇਹ ਇਸ ਪ੍ਰਕਾਰ ਹਨ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਅਤੇ ਦੂਸਰਾ ਸ਼ਬਦ ਹੈ ਦੁੱਖ ਦਾਰੂ ਸੁਖ ਰੋਗ ਪਾਇਆ। ਇਹਨਾਂ ਦੀ ਵਿਚਾਰ ਆਪਾਂ ਕੱਲ ਨੂੰ ਸਤਿਗੁਰੂ ਕਿਰਪਾ ਕਰਨ, ਕੱਲ ਦੇ ਸਮੇਂ ਆਪਾਂ ਇਹਨਾਂ ਦੇ ਵਿਚਾਰ ਕਰਕੇ ਅਤੇ ਉਸ ਤੋਂ ਬਾਅਦ ਫਿਰ ਜੋ ਅਗਲੇਰਲਾ ਸ਼ਬਦ ਹੈ, ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੈ ਸਭ ਕੋਏ, ਇਹ ਸਤਿਗੁਰਾਂ ਬਖਸ਼ਿਸ਼ ਕਰਨ। ਸਤਿਗੁਰਾਂ ਨੇ ਬੜੀ ਮਹਾਨ ਤਰੁੱਠ ਕੇ ਕਿਰਪਾ ਕੀਤੀ ਹੈ, ਜੋ ਆਪਾਂ ਨੂੰ ਇਹ ਨਗਰ ਨੂੰ ਬਖਸ਼ਿਸ਼ ਕੀਤੀ ਹੈ। ਜੋ ਸਤਿਗੁਰਾਂ ਦੀ ਪਾਵਨ ਸੋਦਾ ਰਹਿਰਾ ਸਾਹਿਬ ਗੁਰਬਾਣੀ, ਨਿਤਨੇਮ ਦੀ ਜੋ ਸੰਧਿਆ ਵੇਲੇ ਦੀ ਗੁਰਬਾਣੀ ਹੈ, ਉਸ ਦੀ ਲੜੀਵਾਰ ਕਥਾ ਅੱਜ ਪ੍ਰਾਰੰਭ ਹੋਈ ਹੈ। ਸਤਿਗੁਰਾਂ ਦਾ ਸ਼ੁਕਰਾਨਾ ਹੈ। ਇਸੇ ਹੀ ਪ੍ਰਕਾਰ ਸਤਿਗੁਰਾਂ ਅੱਗੇ ਅਰਦਾਸ ਬੇਨਤੀ ਹੈ, ਸਤਿਗੁਰੂ ਕਿਰਪਾ ਕਰਨ, ਸਾਰੀ ਹੀ ਕਥਾ ਸੰਪੂਰਨਤਾ ਤੱਕ ਆਪ ਵਿੱਚ ਵਰਤ ਕੇ ਕਰਾਉਣ। ਅਤੇ ਸਾਰੀ ਹੀ ਸੰਗਤ ਨੂੰ ਬੇਨਤੀ ਹੈ, ਭਾਈ ਜੋ ਇਹ ਸਮਾਂ 7 ਤੋਂ 8 ਵਜੇ ਦਾ ਠੀਕ ਲੱਗਿਆ ਅਸੀਂ ਰੱਖ ਲਿਆ। ਸਾਰੀ ਸੰਗਤ ਜੇਕਰ ਹੁਕਮ ਕਰੇ ਤਾਂ ਆਪਾਂ ਅੱਗੇ ਪਿੱਛੇ, ਜੇ ਅੱਗੇ ਕਰਨਾ ਹੋਵੇ ਜਾਂ ਪਿੱਛੇ ਕਰਨਾ ਹੋਵੇ ਸਮਾਂ, ਉਹ ਸਾਰੀ ਸੰਗਤ ਹੁਕਮ ਕਰ ਦੇਵੇ, ਆਪਾਂ ਉਸ ਅਨੁਸਾਰ ਕਰ ਲਵਾਂਗੇ। ਤਾਂ ਫਿਲਹਾਲ ਇਹ ਜੋ ਸਮਾਂ ਰੋਜ਼ਾਨਾ ਸਵੇਰੇ 7 ਤੋਂ 8 ਦਾ ਸਮਾਂ ਹੈ, ਇਹ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ। ਕਥਾ ਵਿਚਾਰਾਂ ਦਾ ਸਮਾਂ ਹੋਇਆ ਕਰੇਗਾ ਅਤੇ ਸਤਿਗੁਰੂ ਕਿਰਪਾ ਕਰਨ, ਸਾਰੀ ਹੀ ਸੰਗਤ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਗੁਰਬਾਣੀ ਵਿਚਾਰ ਦੇ ਨਾਲ ਜੁੜੇ ਅਤੇ ਆਪੋ ਆਪਣਾ ਸਫਲ ਜਨਮ ਜਿਹੜਾ ਹੈ ਉਹ ਸਫਲਾ ਬਣਾਈਏ। ਕਿਉਂਕਿ ਸਤਿਗੁਰਾਂ ਨੇ 2 ਹੀ ਕਾਰਜ ਸਿੱਖ ਨੂੰ ਬਖਸ਼ਿਸ਼ ਕੀਤੇ ਹਨ। ਪਹਿਲਾ ਹੈ ਜੀ ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਆ ਲਾਏ ਧਿਆਨਾ। ਜੋ ਕਲਯੁਗ ਦੇ ਅੰਦਰ ਸਤਿਗੁਰਾਂ ਨੇ ਸ਼ਬਦ ਦੇ ਕੀਰਤਨ ਨੂੰ ਪ੍ਰਧਾਨਤਾ ਦਿੱਤੀ ਗਈ ਹੈ, ਸਤਿਗੁਰਾਂ ਨੇ ਦਿੱਤੀ ਹੈ। ਅਤੇ ਦੂਸਰਾ ਜੋ ਸੁਣ ਹਰ ਕਥਾ ਉਤਾਰੀ ਮੈਲ, ਮਹਾ ਪੁਨੀਤ ਭਏ ਸੁਖ ਸੈਲ। ਜੋ ਸਤਿਗੁਰ ਫਰਮਾਉਂਦੇ ਹਨ, ਇਸ ਮਨ ਜਨਮ ਜਨਮ ਕੀ ਇਸ ਮਨ ਕਉ ਮਲ ਲਾਗੀ, ਕਾਲਾ ਹੋਆ ਸਿਆਹੋ। ਜੋ ਇਸ ਮਨ ਨੂੰ ਜਨਮਾਂ ਜਨਮਾਂ ਦੀ ਮੈਲ ਹੈ, ਉਹ ਸੁਣ ਹਰ ਕਥਾ ਉਤਾਰੀ ਮੈਲ। ਉਹ ਸਤਿਗੁਰੂ ਫਰਮਾਉਂਦੇ ਹਨ, ਇਹ ਕਥਾ ਸੁਣਨ ਦੇ ਨਾਲ ਮਨ ਦੀ ਜੋ ਜਨਮਾਂ ਜਨਮਾਂ ਦੀ ਮੈਲ ਉਹ ਉਤਰ ਜਾਂਦੀ ਹੈ। ਇਹ ਮਨ ਉੱਜਲ ਹੋ ਜਾਵੇਗਾ ਅਤੇ ਸਤਿਗੁਰਾਂ ਦੇ ਸ਼ਬਦ ਦੇ ਅੰਦਰ ਟਿਕ ਜਾਵੇਗਾ। ਸਤਿਗੁਰੂ ਦੀ ਰਜ਼ਾ ਨੂੰ ਸਤ ਕਰਕੇ ਮੰਨਣ ਲੱਗ ਪਾਵੇਗਾ। ਤੇ ਇਸ ਕਰਕੇ ਸਾਧ ਸੰਗਤ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕਰਕੇ ਸਤਿਗੁਰਾਂ ਦੀ ਖੁਸ਼ੀ ਪ੍ਰਾਪਤ ਕਰੀਏ। ਸਾਧ ਸੰਗਤ, ਇਹ ਸਿੰਘ ਵੀ ਨਾਲ ਦਾ ਜੋ ਨਵਾਂ ਹੈ, ਇਸ ਦੀ ਸੰਥਿਆ ਵੀ 1-2 ਦਿਨ ਪਹਿਲਾਂ ਹੀ ਸ਼ੁਰੂ ਹੋਈ ਹੈ। ਗੁਰਬਾਣੀ ਪੜ੍ਹਦਿਆਂ ਬੜੀਆਂ ਗਲਤੀਆਂ ਹੋਈਆਂ ਹਨ, ਸੰਗਤ ਬਖਸ਼ ਲਵੇ, ਸਤਿਗੁਰੂ ਬਖਸ਼ ਲੈਣ। ਅਤੇ ਮੇਰਾ ਵੀ ਕੋਈ ਕਥਾ ਕਰਨ ਦਾ ਕੋਈ ਅਭਿਆਸ ਨਹੀਂ। ਸਤਿਗੁਰੂ ਬਖਸ਼ਣਹਾਰ ਹਨ ਅਤੇ ਸਤਿਗੁਰਾਂ ਦੀ ਸੰਗਤ ਬਖਸ਼ਣਯੋਗ ਹੈ। ਸਤਿਗੁਰੂ ਬਖਸ਼ ਲੈਣ, ਤਰਸ ਕਰਨ, ਭੁੱਲਾਂ ਚੁੱਕਾਂ ਦੀ ਖਿਮਾ ਕਰਨ ਤੇ ਆਪ ਸੰਗਤ ਨੇ ਵੀ ਆਪਣਾ ਬੱਚਾ ਜਾਣ ਕੇ ਮਾਫ ਕਰਨਾ ਤੇ ਅੱਗੇ ਵਾਸਤੇ ਸਤਿਗੁਰੂ ਕਿਰਪਾ ਕਰਨ। ਇਸੇ ਤਰ੍ਹਾਂ ਹੀ ਬਲ ਉਦਮ ਬਖਸ਼ਿਸ਼ ਕਰਕੇ ਤੇ ਆਪ ਕਥਾ ਕਰਾਉਣ ਦੇ ਉਦਮ ਬਖਸ਼ਿਸ਼ ਕਰਨ ਜੀ। ਇਤਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਨੀਆਂ। ਬੋਲਦਿਆਂ ਤੋਂ ਅਨੇਕਾਂ ਗਲਤੀਆਂ ਹੋ ਗਈਆਂ ਹਨ, ਖਿਮਾ ਬਖਸ਼ਣੀ। ਆਖਰੀ ਪੰਕਤੀਆਂ ਪੜ੍ਹ ਕੇ ਹੁਣ ਸਾਰੀ ਸਮਾਪਤੀ ਹੈ ਜੀ। ਜਿਉ ਤਿਸ ਦੀ ਵਡਿਆਈ, ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ। ਸੋ ਬਾਤ ਸਾਹੋ ਸਹਾਪਤ ਸਾਹਿਬ, ਨਾਨਕ ਰਹਿਣ ਰਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।